ਮੇਰੀ ਛਾਤੀ ਤੋਂ ਜੂਤਾਂ ਵੇਖਿਆ ਨੇ ਇੱਕ ਦਾ ਟਾਈਮ ਤੇ ਮੈਨੂੰ ਤਾਰੇ ਨਜ਼ਰ ਆ ਗਏ। ਰਾਤੀ ਇੱਕ ਦਾ ਟਾਈਮ ਤੇ ਸੋਚੋ ਜਿਹਨੂੰ ਹੁੰਦੇ ਨੇ ਨਾ 3 ਤਾਰੇ ਨਜ਼ਰ ਆ ਗਏ। ਉਹ ਤਾਰੇ ਮੈਨੂੰ ਪਹਿਲੀ ਵਾਰੀ ਆ ਕੇ ਲੀਬੀਆ ਨਜ਼ਰ ਆਇਆ ਜੀ ਤੇ ਉਹ ਮੈਨੂੰ ਤਾਰੇ ਨਜ਼ਰ ਆ ਗਏ। ਮੈਂ ਕਿਹਾ ਲੈ ਬਈ ਗੇਮ ਨਿਕਲ ਗਈ ਆ, ਹੁਣ ਨਹੀਂ ਤੂੰ ਜਾਣਾ ਇਟਲੀ। ਤੇ ਗੇਮ ਟੁੱਟ ਗਈ ਤੇ ਡਰ ਤੇ ਸਿਰਫ ਲਹਿਜਾ ਤੋਂ ਲੱਗਦਾ ਸਿੱਧੀ ਤੇ ਸਾਫ਼ ਕਰ ਲੈ। ਡਰ ਤੇ ਲਹਿਜਾ ਤੋਂ ਲੱਗਦਾ। ਮੈਂ ਜਿਸ ਟਾਈਮ ਉਸ ਕਸ਼ਤੀ ਸਾਡੀ ਪਾਟ ਗਈ ਸੀ ਤੇ ਉਸ ਟਾਈਮ ਵੀ ਡਰ ਮੈਨੂੰ ਨਹੀਂ ਲੱਗਿਆ ਤੇ ਮੈਂ ਬਿਲਕੁਲ ਅੱਲਾ ਨਾ ਲੱਗੇ ਗੱਲਾਂ ਜਿਹਨੂੰ ਸਮਝ ਲਓ ਹੋਈਆਂ ਹਨ। ਸਹੀ ਹੈ। ਮੈਂ ਅੱਲਾ ਸੋਹਣੇ ਖੋਲ ਜੰਦਾਂ ਦੇ ਬੂਹੇ। ਸਹੀ ਹੈ। ਤੇ ਬਸ ਅੱਗੇ ਤੁਹਾਨੂੰ ਪਤਾ ਵੀ ਸਭ ਕੁਝ ਤੇ ਸੋਚ ਕੇ ਬੰਦਾ ਇਸ ਰਾਹ 'ਚ ਨਿਕਲਦਾ ਤੇ ਉਹ ਅੱਲਾਹ ਤਾਲਾ ਦੀ ਜ਼ਾਤ ਨੇ ਕਰਮ ਕੀਤਾ। ਚਲੋ ਇੱਥੇ ਆ ਗਏ ਤੇ ਇੰਝ ਰਸਤੇ 'ਚ ਭਾਈ ਜੀ ਉੱਥੇ ਬੰਦਿਆਂ ਨੇ ਖੁਦ ਵੀ ਫਾਂਸੀਆਂ ਲਈਆਂ ਨੇ ਤੇ ਤੁਹਾਨੂੰ ਜੋ ਮਨ ਨਹੀਂ ਕਰਨਾ ਰਸਤੇ 'ਚ ਬਿਲਕੁਲ ਨਾ ਨਿਕਲਿਓ ਤੇ ਬਸ ਸਹੀ ਹੈ। ਪਾਕਿਸਤਾਨ ਵਾਪਸ ਨਹੀਂ ਜਾਣਾ। ਘਰ ਦੇ ਬੜਾ ਆਖਿਆ ਕੋਈ ਗੱਲ ਨਹੀਂ, ਪੈਸੇ ਦੀ ਪੈਸਾ ਲੱਗ ਗਿਆ ਤੇ ਕੋਈ ਮਸਲਾ ਹੀ ਨਹੀਂ, ਆ ਜਾ ਤੂੰ। ਮੈਂ ਨਹੀਂ ਬਸ ਅਗਾਂ ਜਾਣਾ। ਬਸ ਇੱਕ ਜ਼ਹਿਨ ਦੀ ਗੱਲ ਹੀ, ਇੱਕ ਬੋਝ ਹੀ, ਮਜਬੂਰੀ ਸਮਝ ਲਓ। ਜੋ ਮਰਜ਼ੀ ਤੁਹਾਡੇ ਦਿਲ 'ਚ ਆਉਂਦਾ ਨਾ ਉਹ ਸਮਝ ਲਓ ਤੁਸੀਂ ਗੱਲ ਬਈ ਇੰਝ ਕਿਉਂ ਨਹੀਂ ਜਾਣਾ ਚਾਹੁੰਦਾ, ਇੰਝ ਹੋ ਸਕਦਾ। ਜੋ ਤੁਸੀਂ ਸੋਚਣਾ ਨਾ ਉਹ ਸੋਚੋ ਤੇ ਇੱਕ ਦਫਾ ਆਪਣੇ ਆਪ ਨੂੰ ਮੇਰੀ ਜਗ੍ਹਾ 'ਤੇ ਰੱਖ ਕੇ ਸੋਚੋ। ਮੈਂ ਕਿਹਾ ਨਹੀਂ ਵਾਪਸ ਨਹੀਂ ਜਾਣਾ। ਤੁਸੀਂ ਫਲਾਣੇ ਬੰਦੇ ਨਾਲ ਗੱਲ ਕਰੋ, ਉਹ ਬੰਦਾ ਸਹੀ ਹੈ। ਉਹਦੇ ਨਾਲ ਗੱਲਬਾਤ ਕੀਤੀ, ਬੜੀ ਮੁਸ਼ਕਿਲ ਨਾਲ ਮੰਨਿਆ। ਉੱਥੇ ਗਏ ਤੇ ਫਿਰ ਅੱਲਾ ਨੇ ਸੁਣਿਆ। ਉੱਥੇ ਜਾ ਕੇ ਨਹਾਤੇ ਤੇ ਤਕਰੀਬਨ ਭਾਜੀ 6-7 ਮਹੀਨਿਆਂ ਬਾਅਦ ਉਹ ਸੇਫ 'ਤੇ ਜਾ ਕੇ ਮੈਂ ਰੋਟੀ ਖਾਧੀ। ਮੇਰੇ ਪਿੰਡ ਦਾ ਬੰਦਾ ਵੀ ਉਹਦੇ ਕੋਲ ਸੀ। ਮੇਰੇ ਪਿੰਡ ਦੇ ਬੰਦੇ ਨੇ ਵਲੀਦ, ਉਹ ਬੰਦੇ ਦਾ ਨਾਮ ਹੈ, ਉਹ ਵਲੀਦ ਬੰਦੇ ਨੇ ਭਾਜੀ ਮੁਰਗੀ ਲਿਆਂਦੀ, ਰੋਟੀ ਖਵਾਈ ਤੇ ਕਹਿੰਦਾ ਕਿੰਨੀ ਦੇਰ ਬਾਅਦ ਰੋਟੀ ਖਾਧੀ ਹੈ। ਮੈਂ 6-7 ਮਹੀਨਿਆਂ ਬਾਅਦ ਰੋਟੀ ਖਾਧੀ ਹੈ। ਪਾਗਲਪੁਣੇ ਦੀ ਵੀ ਹੱਦ ਹੁੰਦੀ ਹੈ ਨਾ। ਇੰਨਾ ਕੁਝ ਵੇਖ ਕੇ ਫਿਰ ਵੀ ਆਖਿਆ ਨਹੀਂ ਜੀ ਅੱਗੇ ਜਾਣਾ। ਇਹ ਗੱਲਾਂ ਘਰਦਿਆਂ ਨੂੰ ਨਹੀਂ ਦੱਸੀਆਂ ਵੀ ਇੰਝ ਹੋ ਗਿਆ। ਤੇ ਫਿਰ ਭਾਜੀ ਉਹਨੇ ਸਾਨੂੰ ਆਂਦਾ ਤੁਬਰਕ ਟੁਰ ਜੋ ਉੱਥੋਂ ਗੇਮਾਂ ਜਾਂਦੀਆਂ ਜੀ, ਛੋਟੀਆਂ ਗੇਮਾਂ ਜਾਂਦੀਆਂ ਨੇ ਪਈਆਂ, ਜਾਂਦੀਆਂ ਵੀ ਹਨ ਬਾਕੀ ਉਦੋਂ ਨੇ ਤੁਬਰਕ ਗੇਮਾਂ। ਤੇ ਉਹਨੇ ਸਾਨੂੰ 2.5 ਮਹੀਨੇ ਉੱਥੇ ਰਹੇ ਸੇਫ ਦੇ ਵਿੱਚ। ਤੇ ਫਿਰ ਉਹਨੇ ਆਖਿਆ ਵੀ ਸਾਨੂੰ ਜੈਕਟਾਂ ਲੈ ਕੇ ਹਾਦਸਾ ਹੋਇਆ। ਕਹਿੰਦਾ ਨਹੀਂ ਮੈਂ ਪਿਛਲੇ ਹਾਦਸੇ ਤੋਂ ਬੜਾ ਡਰਿਆ ਵਾਂ, ਮੈਂ ਬੜਾ ਸਟਰੈਸ ਹਾਂ ਤੇ ਮੈਨੂੰ ਬੜਾ ਸਦਮਾ ਹੈ। ਮੈਂ ਜੈਕਟਾਂ ਧਰ ਕੇ ਆਇਆ ਵਾਂ। ਅਸੀਂ ਆਖਿਆ ਤੈਨੂੰ ਅਸੀਂ ਪੈਸੇ ਦਿੰਦੇ ਹਾਂ, ਨਹੀਂ ਧਰੀਆਂ ਤਾਂ ਵੀ ਧਰ ਕੇ ਆ, ਲਾਰਾ ਨਾ ਲਾਈ ਸਾਨੂੰ। ਕਹਿੰਦਾ ਨਹੀਂ ਮੈਂ ਜੈਕਟਾਂ ਧਰ ਕੇ ਆਇਆ, ਤੁਹਾਨੂੰ ਪਤਾ ਨਹੀਂ ਮੈਨੂੰ ਪਿਛਲਾ ਸਦਮਾ ਬੇਭਾਵ ਉਹਨਾਂ ਬੰਦਿਆਂ ਦਾ ਤੇ ਉਹਨਾਂ ਦਾ ਮੈਨੂੰ ਬੜਾ ਸਦਮਾ ਵੇ। ਮੈਂ ਜੈਕਟਾਂ ਧਰ ਕੇ ਆਇਆ ਵਾਂ ਤੇ ਹਰ ਚੀਜ਼ ਓਕੇ ਵੇ। ਵੱਡੀ ਗੇਮ ਹੋਵੇ ਜੀ ਤੁਹਾਡੀ, ਥੋੜ੍ਹੇ ਬੰਦੇ ਨੇ ਤੇ ਬੰਗਾਲੀ ਤੇ ਪਾਕਿਸਤਾਨੀ ਤੇ ਇੱਕ ਮਸਰੀ ਤੇ ਇੱਕ ਕਾਲਾ ਤੇ 32 ਬੰਦਿਆਂ ਨੇ। ਸਾਡੀ ਛੋਟੀ ਗੇਮ ਸੀ। ਅੱਗੇ ਜੇ ਗਰਨੇਡ ਛੱਡੇ ਨਾਲ ਦੇ ਮਕਾਨ ਜੀ ਨਾ ਤੇ ਉਹ ਮਕਾਨ ਹੀ ਉੱਡ ਗਿਆ ਸਾਰਾ। ਜਦੋਂ ਦੂਸਰਾ ਠੁੱਡ ਮਾਰਿਆ ਨਾ ਮੈਂ ਲੈ ਵੇ ਕੁੜੀ ਆਇਆ ਲੱਗੇ ਕੁੱਤਿਆਂ ਵਾਲੀ ਪੈ ਗਏ ਨੇ। ਅੱਲਾ ਲੰਮੀਆਂ ਗੰਨਾਂ ਫੜੀਆਂ ਨੇ, ਪਟੇ ਚਾੜੇ ਨੇ, ਜਿਵੇਂ ਜੰਗ ਲੱਗ ਗਈ ਹੈ। ਸਹੀ ਹੈ। ਤੇ ਉਹ ਨਾ ਭਾਜੀ ਫਟਾਫਟ ਠੁੱਡ ਮਾਰ ਕੇ ਸਾਰਿਆਂ ਨੂੰ ਸੱਟਿਆ ਡਾਲੇ 'ਚ। ਪਹਿਲਾਂ ਜਿਹੜੇ ਡਾਲੇ 'ਚ 5 ਬੰਦੇ ਨਹੀਂ ਨਾ ਬਹਿੰਦੇ। ਸਹੀ ਹੈ। ਉਹ ਉਸੇ ਡਾਲੇ 'ਚ ਭੱਜ ਕੇ ਵਾਮ 17 ਬੰਦੇ ਬਹਿ ਗਏ ਨੇ। अस्सलाम वालेकुम। ਤੇ ਅੱਜ ਮੈਂ ਤੁਹਾਨੂੰ ਸੁਣਾਉਣਾ ਆਪਣੀ ਡਿੰਕੀ ਦੀ ਕਹਾਣੀ ਪੰਜਾਬੀ ਦੇ ਵਿੱਚ। ਸਹੀ ਹੈ। ਮੈਂ ਵੀ ਈਜ਼ੀ ਰਹਿ ਕੇ ਬੋਲਾਂਗਾ ਤੇ ਤੁਸੀਂ ਵੀ ਮਜ਼ੇ ਨਾਲ ਕਹਾਣੀ ਸੁਣੋਗੇ ਤੇ ਅਗਰ ਜੇ ਡਿੰਕੀ ਦਾ ਜ਼ਿਹਨ ਬਣਿਆ ਫਿਰ ਚੇਂਜ ਕਰ ਲਓ ਉਹਦੇ। ਸਹੀ ਹੈ। ਤੇ ਚਲੋ ਜੀ ਕਹਾਣੀ ਸ਼ੁਰੂ ਕਰਨੀ ਹੈ ਸੰਨ 2023 ਦੇ ਦੂਸਰੇ ਮਹੀਨੇ ਤੋਂ। ਭਾਈ ਜੀ ਸੰਨ 2023 ਦਾ ਦੂਸਰਾ ਮਹੀਨਾ ਸੀ ਤੇ ਮੈਂ ਪੂਰਾ ਧੂਮ ਦਿੱਤੀ ਹੈ ਘਰਦਿਆਂ ਨੂੰ। ਸਹੀ ਹੈ। ਤੇ ਜਾਣਾ ਤੇ ਭਾਈ ਜੀ ਯੂਰਪ ਜਾਣਾ। ਸਾਡੇ ਪਿੰਡ ਦੇ ਅੱਗੇ ਵੀ ਨਾ ਬੰਦੇ ਗਏ ਹਨ ਤੇ ਹੋਰ ਵੀ ਇਲਾਕੇ ਦੇ ਬੰਦੇ ਬੜੇ, ਤੁਹਾਨੂੰ ਪਤਾ ਫਿਰ ਹਰਬੂਜ਼ੇ ਨੂੰ ਵੇਖ ਕੇ ਰੰਗ ਫੜਦਾ। ਤੇ ਮੈਂ ਭਾਜੀ ਇਹਨਾਂ ਨੂੰ ਘਰਦਿਆਂ ਨੂੰ ਆਖਿਆ ਮੈਨੂੰ ਯੂਰਪ ਘੱਲੋ, ਯੂਰਪ ਹੀ ਜਾਣਾ। ਦਿਨ ਰਾਤ ਇੱਕੋ ਹੀ ਰੱਟ ਹੈ ਜੀ, ਯੂਰਪ ਹੀ ਜਾਣਾ।
ਪਹਿਲਾਂ ਤਾਂ ਮੇਰਾ ਨਹੀਂ ਦਿਲ ਕਿਸੇ ਵੀ ਕੰਟਰੀ 'ਚ ਆਉਣੇ 'ਚ, ਨਾ ਹੀ ਯੂਰਪ ਨਾ ਹੀ ਅਰਬ 'ਚ, ਕਿਤਲੇ ਵੀ ਨਹੀਂ। ਮੇਰਾ ਬਸ ਦਿਲ ਪਾਕਿਸਤਾਨ 'ਚ ਹੀ। ਬਸ ਘਰਦਿਆਂ ਨੇ ਆਖਿਆ ਜੀ, ਫਿਰ ਮੈਂ ਚਲੋ ਜੇ ਕੈਦ ਵੀ ਕੱਟਣੀ ਹੈ ਤਾਂ ਫਿਰ ਸੋਨੇ ਵਾਲੀ ਕੱਟੋ। ਅਤੇ ਭਾਈ ਜੀ ਅੱਲਾ ਤੁਹਾਡਾ ਭਲਾ ਕਰੇ, ਸਾਡੀ ਗੱਲਬਾਤ ਹੋ ਗਈ ਜੀ। ਉਹਨੇ ਆਖਿਆ ਜੀ ਤਰੰਕਵਿਲੋ ਹੋ ਜਾਓ, ਆਪਣੇ ਬੱਚੇ ਨੇ ਅਤੇ ਰਵੇ ਦਾ ਨਾਂ ਰੱਬ ਦੇ ਮਗਰ, ਸਹੀ ਹੈ। ਅਤੇ ਉਹਨੇ ਗਾਈਡ ਸਾਨੂੰ ਕਿਹਾ ਜੀ ਨਾ ਸ਼ਾਹ ਨਹੀਂ ਲੈਂਦਾ। ਪਰ ਮੈਂ ਜਦੋਂ ਲੀਬੀਆ ਨਾ ਅਤੇ ਮੈਂ ਪੂਰਾ ਤਈਆ ਕੀਤਾ ਸੀ। ਮੈਂ ਕਿਹਾ ਕੋਈ ਇਟਲੀ ਅੱਪੜ ਕੇ ਨਾ ਕੁੱਤੇ ਦੇ ਪੁੱਤਰ ਦਾ ਨਾ ਉੱਥੇ ਕੈਂਪ 'ਚ ਵੀ ਜਾ ਕੇ ਦੱਸਣਾ, UN ਵਾਲਿਆਂ ਨੇ ਵੀ ਦੱਸਣਾ, ਇਹਦੀਆਂ ਤਸਵੀਰਾਂ ਵੀ ਦੇਣੀਆਂ ਨੇ, ਹਰ ਕੰਮ ਕਰਨਾ ਉੱਥੇ ਜਿਹੜਾ ਜੰਟੀ ਦੇ ਖਿਲਾਫ ਹੈ ਨਾ। ਅਤੇ ਬਈ ਹਰ ਇਹਦਾ ਨਾਂ ਦੱਸਾਂ ਦੇ, ਸਹੀ ਹੈ, ਕਿਉਂਕਿ ਉਹਨੇ ਜ਼ਲੀਲ ਬੇਬਾ ਕੀਤਾ ਹੈ। ਅਤੇ ਅੱਜ ਮੈਂ ਤੁਹਾਨੂੰ ਉਹੀ ਗੱਲਾਂ ਦੱਸਣੀਆਂ ਨੇ ਜਿਹੜੀਆਂ ਤੁਸੀਂ ਸ਼ਾਇਦ ਅੱਗੇ ਨਾ ਸੁਣੀਆਂ ਹੋਣ। ਅਤੇ ਚਲੋ ਭਾਈ ਜੀ ਸੰਨ 2023 'ਚ ਗੱਲ ਸ਼ੁਰੂ ਹੁੰਦੀ ਹੈ। ਦੂਸਰਾ ਮਹੀਨਾ 28 ਤਰੀਕ ਨੂੰ ਨਿਕਲ ਆਏ ਉੱਥੋਂ ਪਾਕਿਸਤਾਨੋਂ। ਅਤੇ ਉਹਨੇ ਆਖਿਆ ਜੀ ਆਪਣੇ ਬੱਚੇ ਨੇ, ਮਸਲਾ ਹੀ ਕੋਈ ਨਹੀਂ। ਅੱਗੇ ਮੇਰਾ ਭਰਾ ਵੇ ਲੀਬੀਆ ਦੇ ਵਿੱਚ, ਜਿਹੜੀ ਸ਼ੈ ਖਾਣੀ ਪੀਣੀ ਹੈ ਬੈਠਕ 'ਚ ਨਾ ਬਹਿਣਾ ਜਾ ਕੇ, ਅਤੇ ਜਿੱਦਣ ਗੇਮ ਇਹਨਾਂ ਦੀ ਲੱਗਣੀ ਹੈ ਉਦੋਂ ਟੈਕਸੀ ਨੇ ਚੁੱਕਣਾ ਹੈ, ਸਿੱਧਾ ਜਾ ਕੇ 0 ਪੁਆਇੰਟ ਦੇ ਉੱਤੇ ਸੁੱਟਣਾ। ਉਹ ਤੂੰ ਸ਼ਿਪ 'ਚ ਬਹਿਣਾ ਅਤੇ ਭਾਈ ਜੀ ਸਿੱਧਾ 1 ਘੰਟੇ ਦੇ ਉਹ 1 ਦਿਨ ਲੱਗਣਾ, ਜਾਂ ਬੜੇ ਵੀ ਲੱਗੇ ਅਤੇ 12-13 ਘੰਟੇ ਲੱਗਣ ਦੇ 1-1.5 ਦਿਨ ਦੇ ਵਿੱਚ ਇਟਲੀ ਉੱਪਰ ਜਾਣਾ। ਬੜੀਆਂ ਗੇਮਾਂ ਖੇਲੀਆਂ ਨੇ, ਬੜੇ ਬੰਦੇ ਗਏ ਨੇ। ਅਤੇ ਬਸ ਜੀ ਅਸੀਂ ਮੰਨ ਲਈ ਉਹਦੀ। ਅਤੇ ਬਸ ਜੀ ਕਿਉਂ ਜੋ ਉਹਦਾ ਭਰਾ ਵੇ, ਜਿਹਦਾ ਭਰਾ ਵੇ, ਠੀਕ ਹੈ। ਅਸਾਂ ਚਲੋ ਜੀ ਠੀਕ ਹੈ, ਭਰਾ ਵੇ ਕਿ ਬੜੀ ਗੱਲ ਹੈ ਫਿਰ ਹੈਂ। ਅਤੇ ਚਲੋ ਵੱਲ ਖਿਆਲ ਸਾਡਾ ਰੱਖੇ ਦਾ। ਅਸੀਂ ਭਾਅ ਜੀ ਬੜੇ ਸਹੀ ਮੂਡ 'ਚ ਅਤੇ ਬੜੇ ਉਹ ਸੋਚਾਂ ਦੇ ਵਿੱਚ ਆਏ, ਜਿਵੇਂ ਕਹਿੰਦੇ ਨੇ ਸਬਜ਼ ਬਾਗ ਦਿਖਾਣੇ, ਅਤੇ ਸਬਜ਼ ਬਾਗ ਵਾਲੀਆਂ ਸੋਚਾਂ 'ਚ ਆਏ। ਮੈਂ ਅਤੇ ਮੇਰਾ ਕਜ਼ਨ ਹੀ ਨਾਲ, ਸਹੀ ਹੈ। ਅਤੇ ਉਹ ਭਾਈ ਜੀ ਅਸੀਂ ਜਦੋਂ ਲੱਥੇ ਨਾ ਕਿ ਲੀਬੀਆ, ਤੋਆ 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 ਅੱਲਾ ਮਾਫ ਕਰੇ ਤੋਆ ਯਾਲਾ, ਲੀਬੀਆ ਦਾ ਏਅਰਪੋਰਟ ਅਤੇ ਲੀਬੀਆ ਦਾ ਜਹਾਜ਼ ਵੇਖ ਕੇ ਨਾ ਇੱਕ ਵਾਰੀ ਦਿਲ ਕੀਤਾ ਵੇ ਪਿਛਾਂ ਨੂੰ ਭੱਜਦੀ ਪੈੜੀ ਟੁੱਟ ਜਾਈਏ। ਸਹੀ ਗੱਲ ਹੈ, ਐਂਡੀ ਹੋਈ ਪਈ ਸੀ, ਸਹੀ ਗੱਲ ਹੈ ਐਂਡੀ। ਸ਼ੁਕਰ ਕਰਦੇ ਕਿਤੇ ਲੀਬੀਆ ਜਹਾਜ਼ ਲੈ ਕੇ ਜਾਂਦਾ। ਲੀਬੀਆ ਵਾਲਾ ਜਹਾਜ਼ ਹੈ ਨਾ ਉਹ ਵੀ ਕਾਲਾ ਧੂੰਆਂ ਮਾਰਦਾ ਵੇ, ਸਹੀ ਹੈ। ਅਤੇ ਬਾਰੀਆਂ ਵੀ ਇੰਝ ਜਿਵੇਂ ਟਾਂਡਾ ਟਾਈਮ ਹੈ। ਅਤੇ ਇੰਝ ਦੀ ਜਹਾਜ਼ ਦੀ ਹਾਲਤ ਹੈ। ਹਜੇ ਮੇਰਾ ਤਾਂ ਬੈਗ ਵੀ ਉੱਥੇ ਲੀਬੀਆ ਏਅਰਪੋਰਟ ਦੇ ਭਾਈ ਜੀ ਗਵਾਚ ਗਿਆ। ਹਜੇ ਮਿਸਰ ਵਾਲਿਆਂ ਨੇ ਜਮ੍ਹਾਂ ਕੀਤਾ ਜੀ ਲੀਬੀਆ ਪੜ ਜੇ, ਲੀਬੀਆ ਗਏ ਅਤੇ ਅੱਗੇ ਉਹਨਾਂ ਪਾਸਪੋਰਟ ਖੋਲ੍ਹੇ ਜੀ। ਹਾਂਜੀ ਕਿਹੜਾ ਬਕਰਾ ਜੀ, ਇੱਧਰ ਆ ਜੇ ਜੀ ਫਲਾਣਾ ਵੇ, ਇੱਧਰ ਆ ਜੇ, 7 ਦਾਣੇ ਹੋ ਗਏ ਨੇ, ਚੱਲ ਬਈ ਗੱਡੀ 'ਚ ਲੈ ਕੇ ਨਿਕਲ ਦੋ। ਚਲੋ ਜੀ ਉੱਥੇ ਤਸਵੀਰਾਂ ਪਹਿਲਾਂ ਹੀ ਏਜੰਟ ਸੈਂਡ ਕਰ ਛੱਡਦੇ ਨੇ। ਅਤੇ ਜਿਸ ਟਾਈਮ ਤੁਹਾਡੀਆਂ ਤਸਵੀਰਾਂ ਲੀਬੀਆਂ ਕੋਲ ਲੱਭੜ ਜਾਂਦੀਆਂ ਨੇ ਅਤੇ ਲੀਬੀ ਭਾਈ ਅੱਗੇ ਆਪਣੇ ਆਪਣੇ ਬੰਦੇ ਘਰ ਛੱਡਦੇ ਨੇ। ਉਹ 8-10 ਬੰਦੇ ਪਾ ਕੇ ਤੁਹਾਨੂੰ ਗੱਡੀ 'ਚ ਪਾਉਂਦੇ ਨੇ। ਅਤੇ ਮੈਂ ਭਾਜੀ ਬੈਗ ਵੀ ਬੜਾ ਢੂੰਡਿਆ, ਕੋਈ ਨਾ ਲੱਭਾ। ਪਰ ਜਦੋਂ ਸੇਫ 'ਚ ਆ ਗਏ, ਸੇਫ 'ਚੋਂ ਬਾਹਰ ਨਹੀਂ ਨਿਕਲਣ ਦਿੰਦੇ, ਸਹੀ ਹੈ। ਪਰ ਗਲਤੀ ਹੈ ਹੋਈ ਤਾਂ ਮੈਂ ਹੋਰ ਕਿਸੇ ਦਾ ਵੀ ਚੁੱਕ ਲਿਆਉਂਦਾ ਤਾਂ ਠੀਕ ਸੀ। ਮੈਂ ਉਹੀ ਸੀ ਵੀ ਚਲੋ ਪਾਕਿਸਤਾਨ ਇੱਥੇ ਵੀ ਲੱਭ ਹੀ ਜੇ ਇਹਦਾ ਬੈਗ, ਬੜਾ ਇੱਥੇ ਕਿੱਥੇ ਭਰਾ ਲੱਭਣੀ। ਅਤੇ ਅੱਲਾ ਤੁਹਾਡਾ ਭਲਾ ਕਰੇ। ਹੁਣ ਅੱਗੋਂ ਸੁਣੋ ਨਾ ਬੈਠਕ ਵਾਲੀ ਗੱਲ, ਮੇਰਾ ਭਰਾ ਵੀ ਉੱਥੇ ਅਤੇ ਮੇਰਾ ਬੜਾ ਸਿਸਟਮ ਹੈ। ਅਤੇ ਉਹ ਜਦੋਂ ਰਾਤ ਦਾ 1 ਦਾ ਟਾਈਮ ਭਾਜੀ ਲੀਬੀਆ 'ਚ ਠੰਡ ਵੀ ਹੋ ਜਾਂਦੀ ਹੈ ਰਾਤੀ, ਤੁਹਾਨੂੰ ਪਤਾ ਹੈ ਸਹਿਰਾਈ ਇਲਾਕਾ ਵੇ ਸਾਰਾ ਹੈਂ। ਅਤੇ ਠੰਡ ਹੋ ਗਈ ਅਤੇ ਜਦੋਂ ਉੱਥੇ ਅੰਦਰ ਭਾਈ ਜੀ ਗਏ ਸੇਫ ਦੇ ਵਿੱਚ, ਸੇਫ ਵਾਲਾ ਕੀ ਹੁੰਦੀ ਜੇ ਬੱਕਰੀਆਂ ਦਾ ਜਿਵੇਂ ਵਾੜੇ ਹੁੰਦੇ ਨੇ, ਬਲਾਕਾਂ ਦੀ ਗੰਦੀ 4 ਦੀਵਾਰੀ ਹੋਈ ਹੁੰਦੀ ਜੇ, 3 ਤੋਂ 4 ਕਮਰੇ ਹੁੰਦੇ, ਸਹੀ ਹੈ। ਅਤੇ ਉਹ ਰੋਸ਼ਨਦਾਨ ਵੀ ਉਹਨਾਂ ਨੂੰ ਕੋਈ ਨਹੀਂ ਜਾਂਦੇ, ਠੀਕ ਹੈ ਜੀ। ਹੁੰਦੇ ਤਾਂ ਉਹ ਵੀ ਬੰਦ ਹੀ ਕਰ ਦਿੰਦੇ ਨੇ, ਸਹੀ ਹੈ। ਅਤੇ ਨਵਾਂ ਬਣਿਆ ਹੁੰਦਾ ਘਰ, ਨਾ ਬੂਹਾ ਨਾ ਬਾਰੀ, ਇੰਝ ਦਾ ਸਿਸਟਮ ਹੁੰਦਾ ਜੇ। ਦੂਸਰੇ ਨੰਬਰ 'ਤੇ ਰਿਹਾਇਸ਼ਾਂ ਤੋਂ ਬਾਹਰ
ਆਬਾਦੀਆਂ ਤੋਂ ਬਾਹਰ ਰਿਹਾਇਸ਼ਾਂ ਹੁੰਦੀਆਂ ਨੇ, ਨਵੀਆਂ ਰਿਹਾਇਸ਼ਾਂ ਬਣੀਆਂ ਹੁੰਦੀਆਂ ਨੇ। ਬਹੁਤ ਘੱਟ ਏਜੰਟ ਨੇ ਜਿਹੜੇ ਵਿੱਚ ਤੁਹਾਨੂੰ ਕਿਸੇ ਨੂੰ 2-4 ਦਿਨ ਸਹੀ ਜਗ੍ਹਾ 'ਤੇ ਰੱਖਦੇ ਨੇ ਅਤੇ ਪੈਸੇ ਵਸੂਲ ਕਰਨੇ ਤੋਂ ਬਾਅਦ ਫਿਰ ਅਗਾਂਹ ਕੱਲ੍ਹ ਛੱਡਦੇ ਨੇ ਸਹੀ 0 ਪੁਆਇੰਟ 'ਤੇ। 0 ਪੁਆਇੰਟ 'ਤੇ ਤੁਹਾਨੂੰ ਲੈ ਕੇ ਜਾਂਦਾ, ਸਾਰੀ ਡਿਟੇਲ ਤੁਹਾਨੂੰ ਦੱਸਾਂਗਾ ਅੱਜ। ਅਤੇ ਉਹਨੇ ਆਖਿਆ ਜੀ ਭਰਾ ਜਿਵੇਂ ਸਾਨੂੰ ਪਾਕਿਸਤਾਨ ਘੱਲਿਆ ਜੀ, ਮੇਰਾ ਭਰਾ ਵੇ ਬੈਠਕ 'ਚ ਬਹਿਣਾ, ਜਿਹੜੀ ਸ਼ੈ ਖਾਣੀ ਪੀਣੀ, ਦੁੱਧ ਲੱਭਣ, ਦਹੀਂ ਹੁਬਸੇ ਹਰ ਚੀਜ਼ ਉੱਥੇ ਫੋਨ 'ਤੇ ਲੱਭੇ ਦੀ। ਫੋਨ ਕਰਨਾ, ਗੱਡੀ ਬੂਹੇ ਕੀ ਹੋਣੀ, ਸਮਾਨ ਫੜਨਾ, ਪਕਾਉਣਾ ਖਾਣਾ, ਅਤੇ ਜਿੱਦਣ ਗੇਮ ਹੋਣੀ ਗੱਡੀ 'ਚ ਬਹਿਣਾ ਅਤੇ ਸਿੱਧਾ 0 ਪੁਆਇੰਟ 'ਤੇ ਅਤੇ ਸਿੱਧਾ ਇਟਲੀ। ਹੋ ਜਾਏਗਾ ਬੱਲੇ, ਐਂ ਦਾ ਬੰਦਾ ਹੋਣਾ ਚਾਹੀਦਾ ਬਈ, ਦਸਤੀ ਇਟਲੀ ਪਹੁੰਚਾਉਂਦਾ ਸਹੀ ਹੈ। ਅਤੇ ਉੱਥੇ ਭਾਈ ਜੀ ਆ ਕੇ ਅੰਦਰ ਵੜੇ ਅਤੇ ਉਹਨੇ ਆਖਿਆ ਜੀ ਚਲੋ ਜੀ ਲਾਈਨ 'ਚ ਲੱਗ ਜਾਓ। ਲਾਈਨ 'ਚ ਲੱਗ ਗਏ ਜੀ। ਕਿਹਦੇ ਬੰਦੇ ਹੋ ਜੀ? ਫਲਾਣੇ ਦੇ ਬੰਦੇ ਹਾਂ ਜੀ। ਅੱਛਾ ਜੀ ਚਲੋ ਸਹੀ ਹੈ, ਆ ਜਾਓ ਅੰਦਰ। ਅੰਦਰ ਗਏ, ਨਾ ਪਤਾ ਲਹਾਇਆ, ਫਿਰ ਬਾਜੋ ਜੀ ਅੱਛਾ ਹੈ ਜੀ, ਉਹ ਫਲਾਣੇ ਕਮਰੇ 'ਚ ਛੱਡ ਆਓ ਜੀ। ਮੁਨਸ਼ੀ ਫਲਾਣੇ ਕਮਰੇ 'ਚ ਵਾੜਿਆ। ਮੈਂ ਕੋ ਉੱਠਦਾ ਕੀ ਮੈਂ ਆਖਾਂ ਯਾਰ, ਹੁਣ ਕਈ ਦੇ ਬੰਦੇ ਹੁੰਦੇ ਨੇ। ਅਤੇ ਉਹ ਭਾਈ ਜੀ ਫਿਰ ਕਮਰਿਆਂ 'ਚ ਲੈ ਜਾਂਦਾ। ਕਮਰਿਆਂ 'ਚ ਅੱਗੇ ਬੰਦੇ ਤਾਂ ਬੰਦਾ ਹੁੰਦਾ ਵੇ ਅਤੇ ਕਹਿੰਦੇ ਚਲੋ ਜਿੱਥੇ ਲੰਮਾ ਪੈ ਜਾਓ। ਪਹਿਲਾ ਦਿਨ ਸੀ ਭਾਈ ਜੀ ਕਮਰੇ ਦੇ ਵਿੱਚ। ਮੈਂ ਆਪਣੇ ਮੂੰਹ 'ਤੇ ਭਾਈ ਜੀ ਠੁੱਡੇ ਖਾਧੇ ਨੇ ਰਾਤੀ ਸੁੱਤਿਆਂ ਸਹੀ ਹੈ। ਜਿਹੜੇ ਅਗਲੇ ਬੰਦੇ ਹਨ ਉਹ ਵੀ ਨਵੇਂ ਆਏ ਹਨ, ਕੋਈ ਇੱਕ ਦਿਨ ਹੋਇਆ ਸੀ, ਉਹ ਵੀ ਤੰਗ ਹੀ ਹਨ ਸਹੀ ਹੈ। ਅਤੇ ਉਹ ਭਾਈ ਕਹਿੰਦੇ ਹਨ ਆਪਣੇ ਏਜੰਟ ਨੂੰ ਕਾਲ ਕਰ, ਉਹਨੂੰ ਪੁੱਛ ਤੂੰ ਪੈਸੇ ਨਹੀਂ ਦਿੱਤੇ, ਇੱਥੇ ਸੋਣੇ ਨੂੰ ਥਾਂ ਨਹੀਂ ਹੈ। ਅਤੇ ਭਾਈ ਜੀ ਮੈਂ ਫਿਰ ਕੀ ਕਰਾਂ, ਪੈਰਾਂ ਦੇ ਵਿੱਚ ਨਾ ਜੇ ਲੰਮੇ ਰੁੱਖ ਨੂੰ ਸੁੱਤਾ। ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਹੋਰ ਰਾਹ ਚੁੱਕਦੇ ਹਾਂ ਅਤੇ ਕਿਹੜਾ ਕਿਸੇ ਧੱਕੇ ਨਾਲ ਘੱਲਿਆ ਇੱਥੇ, ਹੁਣ ਬਸ ਸਬਰ ਹੀ ਹੈ। ਅਤੇ ਅੱਲਾ ਕੋਲੋਂ ਦੁਆ ਹੀ ਮੰਗਣੀ ਆ ਵੀ ਜਲਦੀ ਇੱਥੋਂ ਨਿਕਲੀਏ। ਅਤੇ ਜਿੱਦੋਂ ਦਿਨ ਚੜ੍ਹਿਆ ਅਤੇ ਸੁਬਹਾ ਹੋਈ ਅਤੇ ਬੰਦਿਆਂ ਦੀ ਉੱਥੇ ਹਾਲਤਾਂ ਵੇਖੀਆਂ, ਲੋਭੇ ਹਾਲ ਹੋਏ ਅਤੇ ਉਜੜੇ ਅਤੇ ਪੁਜੜੇ ਅਤੇ ਜਿਵੇਂ ਲੁੱਟੇ ਅਤੇ ਐਂ ਜਿਵੇਂ ਨਹੀਂ ਸ਼ਾਇਦ ਤੁਸੀਂ ਬੇਲੇ ਵਾਲੇ ਰਸਤੇ ਨੂੰ ਜਾਣਦੇ ਹੋ, ਰੋਈ ਕਲਰ ਕੱਚਾ ਰਸਤਾ, ਲੰਬਾ ਰਸਤਾ ਹੁੰਦਾ, ਡੱਬ ਖੜੱਬਾ, ਅਤੇ ਬੰਦਾ ਤੁਸੀਂ ਫੁੱਲ ਗੱਡੀ ਭਜਾਓ ਅਤੇ ਬੰਦਾ ਵੀ 3 ਦਿਨਾਂ ਦਾ ਭੁੱਖਾ ਤੁਸੀਂ ਪਿੱਛੇ ਧਰੂੰਦੇ ਲੈ ਕੇ ਆਓ। ਇੰਝ ਦੀ ਹਾਲਤ ਹੋਈ ਭਾਈ ਜਿਹੜੇ 0 ਪੁਆਇੰਟ ਤੋਂ ਵਾਪਸ ਆਉਂਦੇ ਨੇ ਬੰਦੇ, ਕਿਉਂਕਿ ਪਾਣੀ ਉੱਥੇ ਪੀਣੇ ਨੂੰ ਸਾਫ਼ ਨਹੀਂ ਹੁੰਦਾ, ਗੰਦੇ ਪਾਣੀ ਹੁੰਦੇ ਨੇ ਟੈਂਕੀਆਂ ਦੇ, ਉੱਥੇ ਪੀਣਾ, ਉੱਥੇ ਹੀ ਭਾਈ ਜੀ ਤੁਸੀਂ ਸਤੰਜਾ ਕਰਨਾ, ਹਰ ਚੀਜ਼ ਤੁਸੀਂ ਇੱਕੋ ਹੀ ਟੂਟੀ ਨਾਲ ਕਰਨੀ ਹੈ। ਅਤੇ ਲਾਈਨ ਲੱਗੀ ਹੋਣੀ ਹੈ ਅਤੇ ਬਸ ਨਾ ਲਾਈਨ ਲੱਗੀ ਹੋਣੀ ਹੈ ਅਤੇ ਬਲਾਕ ਪਏ ਹੋਣੇ ਨੇ ਥੱਲੇ, ਬਲਾਕਾਂ ਦੇ ਉੱਤੋਂ ਦੀ ਟੱਪ ਕੇ ਅਤੇ ਤੁਸੀਂ ਅੰਦਰ ਵਾਸ਼ਰੂਮ 'ਚ ਜਾਣਾ ਅਤੇ ਉਹ ਆਪੇ ਹਿਸਾਬ ਲਾ ਲਓ ਕੀ ਹੋਣਾ। ਅਤੇ ਕੋਈ ਜਿਸ ਟਾਈਮ ਸੁਬਹਾ ਹੋ ਜਾਣੀ ਹੈ, ਹੋਰ ਗੱਲ ਨਵੀਂ ਜਿਹੜੀ ਗੱਲ ਹੈ ਤੁਹਾਡੇ ਵਾਸਤੇ, ਸੁਬਹਾ ਹੋ ਜਾਣੀ ਹੈ ਅਤੇ ਖਾਣੇ ਦਾ ਤਾਂ ਕੋਈ ਪਤਾ ਨਹੀਂ। ਉੱਥੇ ਭਾਈ ਇੱਕ ਬਿਸਕੁਟ ਲੈਣਾ, ਜਿਹੜੀ ਸੇਫ 'ਚ ਮੈਂ ਰਹਿ ਕੇ ਆਇਆ, ਉੱਥੇ ਇੱਕ ਬਿਸਕੁਟ ਲੈਣਾ ਅਤੇ ਇੱਕ ਦੁੱਧ ਦਾ ਡੱਬਾ ਲੈਣਾ, ਕਈਆਂ ਚਾਹ ਬਣਾ ਲੈਣੀ, ਕਈਆਂ ਨਾਲ ਜੂਸ ਲੈ ਲੈਣਾ। ਅਤੇ ਉਹ ਬਿਸਕੁਟ ਹੁੰਦਾ ਕੁੜੀ ਜਾਵੇ ਤਾਂ ਮੇਰਾ ਤਾਂ ਮਿੱਠੇ ਤੋਂ ਦਿਲ ਹੀ ਚੜ੍ਹ ਗਿਆ, ਐਡੀ ਮਿੱਠੀ ਅਤੇ ਕੌੜੀ ਕੁੜੀ ਜਾਵੇ ਅਤੇ ਬਿਸਕੁਟ ਪਤਾ ਨਹੀਂ ਕਿੰਝ ਦੇ ਸੀ ਆਈਟਮ, ਮੈਂ ਤਾਂ ਮਿੱਠੇ ਖਾਣਾ ਛੱਡ ਗਿਆ ਅਤੇ ਕਸਮ ਨਾਲ ਪਾਕਿਸਤਾਨ ਹੁੰਦਾ ਹਾਂ ਅਤੇ ਮਿੱਠਾ ਤਾਂ ਗੁਆਂਢੀਆਂ ਘਰੋਂ ਜਾ ਕੇ ਖਾ ਆਉਂਦਾ ਹਾਂ। ਅਤੇ ਉਹ ਭਾਅ ਜੀ ਬਿਸਕੁਟ ਖਾਣਾ ਕਰਨਾ ਮੈਂ ਅਤੇ ਮੇਰੇ ਕਜ਼ਨ ਨੇ, ਅਤੇ ਬਸਤਾ ਮੇਰਾ ਅੱਗੇ ਉੱਥੇ ਰਹਿ ਗਿਆ, ਤੁਹਾਨੂੰ ਪਹਿਲਾਂ ਦੱਸਿਆ ਏਅਰਪੋਰਟ 'ਤੇ ਹੀ। ਅਤੇ ਜਿਹੜੇ ਕੱਪੜੇ ਛੱਪੜੇ ਆਏ ਹਨ ਅਤੇ ਪੈਂਟ ਸ਼ਰਟ ਉਹ ਵੀ ਪਾਈ ਰੱਖੀ, ਮੈਂ ਬਸ ਸਹੀ। ਉਹਨੇ ਆਖਿਆ ਜੀ ਭਾਈ ਜੀ ਦਸਤੀ ਗੇਮ ਹੋਣੀ ਹੈ। ਮੈਂ ਉਸੇ ਚਾਹ ਦੇ ਵਿੱਚ ਮੈਂ ਚਲੋ ਕਿੰਨੇ ਕੁ ਦਿਨ ਬੜਾ ਤੋਂ ਬੜਾ ਹੋਇਆ, ਮੈਂ ਘਰਦਿਆਂ ਨੂੰ ਆਖਿਆ ਮੈਂ ਬੜਾ ਤੋਂ ਬੜਾ ਹੋਇਆ ਅਤੇ 15 ਦਿਨ ਲੱਗ ਜਾਂਦੇ, 20 ਦਿਨ ਲੱਗ ਜਾਂਦੇ, ਬੜਾ ਤੋਂ ਬੜਾ 1.5 ਮਹੀਨਾ ਲੱਗ ਜਾਏਦਾ ਅਤੇ ਲੱਗਾ ਕਿੰਨਾ 2 ਸਾਲ। ਉਹ ਵੀ ਸੁਣੋ ਤੁਹਾਨੂੰ ਪੂਰੇ 2 ਸਾਲ ਦਾ ਵੀ ਮੋਟਾ ਮੋਟਾ ਦੱਸਣਾ। ਉਹ ਭਾਅ ਜੀ ਸੁਬਹਾ ਦੇ ਜਿਸ ਟਾਈਮ ਹੁੰਦਾ ਨਾ, ਉੱਥੇ ਜਿਹੜੇ ਪੁਰਾਣੇ ਹੁੰਦੇ ਨੇ ਉਹਨਾਂ ਦੇ ਪਹਿਲਾਂ ਤਾਂ ਆਪਣੀਆਂ ਉਦੋਂ ਸ਼ਰਟਾਂ ਲਾਉਣੀਆਂ, ਸ਼ਰਟਾਂ ਕਿੱਥੇ ਬਨਿਆਣਾ ਹੀ ਹੁੰਦੀਆਂ ਨੇ ਜਿਹੜੀਆਂ ਪਾਈਆਂ ਸਾਂ, ਉੱਥੇ ਬਨਿਆਣਾ ਲਾ ਕੇ ਪੁੱਠੀਆਂ ਕੱਢ ਕੇ ਜੂਆਂ ਮਾਰਨੀਆਂ ਨੇ ਅਤੇ ਲੈਟਰ ਕੱਢ ਕੇ ਜੂਆਂ ਸਾੜਨੀਆਂ ਨੇ। ਅਤੇ ਉਹ ਦੂਸਰੇ ਨੰਬਰ 'ਤੇ ਫਿਰ ਭਾਅ ਜੀ ਧੁੱਪ ਆ ਜਾਣੀ, ਧੁੱਪ ਨੂੰ ਚੁੱਕ ਕੇ ਅਤੇ ਕੰਧ ਦੀ ਛਾਵੇਂ ਲੱਗ ਜਾਣਾ, ਫਿਰ ਕਿਸੇ ਕੋਲ ਫੋਨ ਮੰਗਣਾ ਜਾਂ ਕਿਸੇ ਕੋਲ ਵਾਈਫਾਈ ਮੰਗਣੀ, ਯਾਰ ਇੱਕ ਮੈਸੇਜ ਕਰਾ ਦੇ ਘਰ, ਇੱਕ ਮੈਸੇਜ ਕਰਾ ਦੇ ਘਰ ਹੈ। ਅਤੇ ਉੱਥੇ ਨੈੱਟ ਸ਼ੈੱਟ ਵੀ ਕੋਈ ਨਹੀਂ ਹੁੰਦਾ। ਅਤੇ ਫਿਰ ਇੰਝ ਵੱਡਾ ਜਿਹਾ ਪਤੀਲਾ ਧਰਦੇ ਨੇ ਉੱਤੇ ਸਹੀ ਹੈ, ਦਾਲ ਮਸਰਾਂ ਦੀ ਹੁੰਦੀ ਜਿਹਨੂੰ ਪੀਲੀਆਂ ਸੁਰਖ ਦਾਲ ਆਉਂਦੇ ਹੋ, ਇੱਕ ਉਹ ਦਾਲ ਦੀ ਤਾਂ ਮੇਰੀ ਐਲਰਜੀ ਬੇਬਾਲ ਐਲਰਜੀ ਮੈਨੂੰ,
ਕਿਉਂਕਿ 2 ਸਾਲ ਭਾਈ ਜੀ ਉਹ ਦਾਲ ਖਾਧੀ ਹੈ ਤੇ ਦਾਲ ਨਾਲ ਸਾਨੂੰ ਤਾਂ ਬੜੇ ਦਾਣੇ ਨਿਕਲੇ ਨੇ। ਸਹੀ ਹੈ। ਉਹ ਦਾਲ ਤੇ ਦੂਸਰੇ ਨੰਬਰ 'ਤੇ ਜਿਹੜਾ ਇਟਾਲੀਆ ਕਹਿੰਦੇ ਨੇ ਪਾਸਤਾ, ਜਿਹਨੂੰ ਅਸੀਂ ਮਕਰੋਨੀ ਆਉਂਦੇ ਹਾਂ, ਪਾਸਤਾ ਮਕਰੋਨੀ, ਅਤੇ ਉਹ ਬਿਲਕੁਲ ਨਾ ਜੁੜੀ। ਇਹ 2 ਚੀਜ਼ਾਂ ਹੀ ਉੱਥੇ ਜ਼ਿਆਦਾ ਖਾਣੇ ਨੂੰ ਲੱਭੀਆਂ ਨੇ। ਅਤੇ ਬੜਾ ਅਲਹਮਦੁਲਿਲਾ ਇੱਕ ਐਂਡ ਵਾਲੀ ਵਾਰ ਜਦੋਂ ਆਇਆ ਜਿਹਦੇ ਮੈਂ ਥਰੂ ਬੜਾ ਲੋ ਅੱਲਾ ਉਸ ਬੰਦੇ ਨੂੰ ਅਮਲ ਛੋੜੇ ਛੇੜੇ ਅਤੇ ਕੰਮ ਛੱਡ ਛੇੜੇ, ਉਹਨੇ ਵੀ ਅੱਛਾ ਖਾਣਾ ਖਵਾਇਆ ਵੇ। ਅਤੇ ਬਾਕੀ ਇੱਕ ਹੋਰ ਬੰਦੇ ਨੇ ਵੀ ਅੱਛਾ ਖਾਣਾ ਖਵਾਇਆ ਜਿਹਦਾ ਜਿੱਦਾਂ ਖਾਧਾ ਹੋਵੇ, ਅਤੇ ਉਹਦਾ ਨਾਂ ਤਾਂ ਨਹੀਂ ਮੈਂ ਇੱਥੇ ਲੈ ਸਕਦਾ, ਪਰ 2 ਬੰਦਿਆਂ ਨੇ ਨਾ ਠੀਕ ਖਾਣਾ ਖਵਾਇਆ। ਅਤੇ ਭਾਅ ਜੀ ਇਹ ਜ਼ਲਾਲਤ ਹਜੇ ਅਤੇ ਰੋਣ ਵੀ ਉੱਥੇ ਆਵੇ ਕੀ ਕਰੀਏ ਅਤੇ ਕੀ ਕਰੀਏ। ਅੱਗੋਂ ਹਫ਼ਤਾ 1.5 ਮਹੀਨਾ ਲੰਘਿਆ, ਨਾਲ ਦੇ ਜਿਹੜੇ ਬੰਦੇ ਆਏ ਹਨ ਕੋਈ ਹੋਰ ਪੁਆਇੰਟ 'ਤੇ ਟੁੱਟ ਗਿਆ, ਕੋਈ ਕਿਤਲੇ ਟੁੱਟ ਗਏ। ਫਿਰ ਅਸੀਂ ਆਪਣੇ ਏਜੰਟ ਨੂੰ ਫੋਨ ਚਾੜ ਦਿੱਤਾ, ਇੱਥੇ ਕਿਹੜਾ ਤੇਰਾ ਭਰਾ ਵੇ, ਕਿਹੜੀ ਤੇਰੀ ਸੇਫ ਹੈ। ਅਤੇ ਬਸ ਜੀ ਕੋਈ ਨਹੀਂ ਹੈ ਅਤੇ ਇੰਝ ਹੀ ਹੈ ਬਸ। ਉਹ ਦੂਸਰਾ ਘਰ ਆਇਆ ਸੀ, ਉੱਥੇ ਹੁਣ ਬੰਦੇ ਪੂਰੇ ਹੋ ਗਏ ਨੇ, ਅਜੇ ਥੋੜ੍ਹੇ ਦਿਨ ਹੀ ਤੁਹਾਨੂੰ ਰੱਖਣਾ ਹੈ। ਹੁਣ ਇੱਥੋਂ ਸਿੱਧੇ ਬੰਦੇ ਅੱਗੇ ਗੇਮ 'ਚ ਜਾਂਦੇ ਨੇ। ਸਹੀ ਜੇ ਉੱਥੇ ਜਾਂਦੇ ਤੁਹਾਨੂੰ ਮੈਂ ਉਹਲੇ ਘਰ ਘੱਲ ਦਿੰਦਾ ਵਾ, ਕਿਉਂ ਇੱਥੋਂ ਬੰਦੇ ਸਿੱਧੇ ਗੇਮ 'ਚ ਪੈਂਦੇ ਨੇ। ਅਤੇ ਅਸਾਂ ਆਖਿਆ ਇੱਥੋਂ ਪੈਂਦੇ ਨੇ ਅਤੇ ਹੋਰ ਕੀ ਚਾਹੀਦਾ, ਅਤੇ ਮੁਸ਼ਕਿਲ ਹੀ ਕੋਈ ਨਹੀਂ, ਇੱਧਰ ਹੋਰ ਵੀ ਭੈੜੇ ਦੇ ਨੌਨ 'ਤੇ ਅਸੀਂ ਇੱਥੇ ਕੱਢ ਲੈਣੇ ਨੇ, ਕਿਉਂਕਿ ਭਾਅ ਜੀ ਯੂਰਪ ਜਾਣਾ ਸੀ। ਅਤੇ ਅਸਾਂ ਆਖਿਆ ਚਲੋ ਜੀ। ਉਹ ਭਾਅ ਜੀ ਅੱਲਾ ਤੁਹਾਡਾ ਭਲਾ ਕਰੇ, ਕੋਈ ਨਾ ਮਹੀਨਾ 1.5 ਇੰਝ ਹੀ ਲੰਘ ਗਿਆ। ਸਹੀ ਹੈ। ਗੰਦੇ ਹਾਲ, ਅਤੇ ਇੱਕੋ ਹੀ ਮੈਂ ਕੱਪੜੇ ਰੱਖੇ। ਸਹੀ ਹੈ। ਮਹੀਨਾ ਕੁ ਉੱਥੇ ਨਾ ਮੈਂ ਇੱਕੋ ਹੀ ਕੱਪੜੇ ਰੱਖੇ, ਪੈਂਟ ਸ਼ਰਟ ਉਹ ਹੀ ਰੱਖੀ, ਮੈਂ ਇੱਕ ਹੀ ਰੱਖੀ। ਅਤੇ ਬਾਕੀ 1.5 ਕੁ ਮਹੀਨੇ ਤੱਕ ਤੁਹਾਡੀ ਲਿਮਟ ਹੁੰਦੀ ਹੈ ਆਪਣਾ ਪਾਕਿਸਤਾਨੀ ਖੁਰਾਕ, ਇੰਡੀਅਨ ਜਿਹੜੀ ਵੀ ਆਪਣੀ ਕੰਟਰੀ ਦੀ ਤੁਹਾਡੇ ਘਰ ਦੀ ਖੁਰਾਕ ਹੈ ਨਾ, ਉਹਦੀ 1.5 ਕੁ ਮਹੀਨੇ ਦੀ ਲਿਮਟ ਹੁੰਦੀ ਹੈ। ਤੁਹਾਨੂੰ ਭਾਈ ਜੀ ਉੱਥੇ ਦੀ ਬਿਮਾਰੀ ਖਾਰਿਸ਼ ਖੁਰਕ ਉਹ ਚੀਜ਼ ਨਹੀਂ ਤੁਹਾਨੂੰ ਹੋ ਸਕਦੀ। ਅਤੇ ਮੈਂ ਤਾਂ ਰੋਟੀ ਵੀ ਬਹੁਤ ਜ਼ਿਆਦਾ ਘੱਟ ਖਾਂਦਾ ਹਾਂ ਉੱਥੇ। ਸਹੀ ਹੈ। ਉਹਨਾਂ ਦਾ ਖਜੂਰ ਖਾ ਲੈ। ਉਹ ਮੇਰਾ ਜਿਹੜਾ ਕਜ਼ਨ ਨੇ ਅੱਗੇ ਵੀ ਦੁਬਈ ਰਹਿ ਕੇ ਆਇਆ ਸੀ, ਅਤੇ ਉਹ ਅਰਬ ਵਾਲੇ ਦੀਆਂ ਚੀਜ਼ਾਂ ਖਾਂਦਾ ਰਹਿੰਦਾ ਸੀ, ਹੁਬਸ ਅਤੇ ਤੋਨੋ ਅਤੇ ਯਮਨ ਪਤਾ ਨਹੀਂ ਕੀ ਉਹਦਾ ਨਾਂ ਸੀ, ਚਿੱਟਾ ਜਿਹਾ ਕਰੀਮ ਗੜਦਾ ਹੀ ਹੁੰਦਾ ਵੇ। ਅਤੇ ਤੋਬਾ ਯਾਰ ਉਹ ਚੀਜ਼ਾਂ ਸੋਚ ਕੇ ਮੈਨੂੰ ਅੱਲਾ ਦੀ ਕਸਮ ਹੈ ਮੇਰਾ ਦਿਲ ਕਰਦਾ ਇੱਕ ਵਾਰੀ ਜਿਵੇਂ ਨਾ ਪਾਣੀ 'ਚ ਇੱਕ ਵਾਰੀ ਨਹਾਵਾਂ ਮੈਂ। ਸਹੀ ਹੈ। ਇੱਕ ਵਾਰੀ ਇੰਨੀ ਕੁ ਉਲਝਣ ਉਹਨਾਂ ਚੀਜ਼ਾਂ ਨਾਲ ਹੁੰਦੀ ਹੈ। ਅਤੇ ਪਰ ਅੱਲਾ ਦਾ ਸ਼ੁਕਰ ਹੀ ਹੈ। ਅਤੇ ਉਹ ਆਂਦਾ ਸੀ ਖਾ, ਅਤੇ ਮੈਂ ਆਂਦਾ ਨਹੀਂ ਮੈਂ ਨਹੀਂ ਖਾਣੀ, ਮੈਂ 1-2 ਖਜੂਰ ਖਾ ਲੈਂਦਾ ਸੀ ਜਾਂ ਬਿਸਕੁਟ ਖਾ ਲੈਂਦਾ ਹਾਂ। ਅਤੇ ਉਹ ਆਂਦਾ ਸੀ ਚੱਲ ਸਹੀ ਹੈ ਨਾ ਖਾ। ਅਤੇ ਬਸ ਇੰਝ ਹੀ ਨਾ ਫਿਰ ਉੱਥੇ ਦਿਨ ਲੰਘਦੇ ਗਏ 1.5 ਕੁ ਮਹੀਨਾ ਲੰਘਿਆ। ਫਿਰ ਸਾਨੂੰ ਫੋਨ 'ਤੇ ਫੋਨ ਵੀ ਸਾਨੂੰ ਅੱਗੇ 0 ਪੁਆਇੰਟ 'ਤੇ ਘੱਲ, 0 ਪੁਆਇੰਟ 'ਤੇ ਘੱਲਿਆ। ਤੁਸੀਂ ਇਹ ਸੁਣ ਕੇ ਦਸਤੀ ਨਹੀਂ ਜਗ੍ਹਾ ਟੁਰ ਜਾਣਾ। 1.5 ਮਹੀਨਾ ਇੰਝ ਹੀ ਲੰਘਿਆ। ਸਹੀ ਹੈ। ਨਾ ਸੋਣੇ ਨੂੰ ਥਾਂ ਹੈ, ਨਾ ਖਾਣੇ ਨੂੰ, ਨਾ ਪੀਣੇ ਨੂੰ ਸਾਫ਼ ਪਾਣੀ ਹੈ, ਅਤੇ ਨਾ ਇਸਤੰਜਾ ਕਰਨੇ ਨੂੰ ਪਾਣੀ ਹੈ। ਸਹੀ ਹੈ। 1.5 ਮਹੀਨਾ ਸੋਚੋ ਕਿੰਝ ਲੰਘਿਆ ਹੋਣਾ। ਸਹੀ ਹੈ। ਸੋਚੋ ਕਿੰਝ ਲੰਘਿਆ ਹੋਣਾ। ਫਿਰ ਤੁਹਾਨੂੰ ਅੱਗੇ ਲੈ ਕੇ ਜਾਣਾ। ਇਹ ਨਹੀਂ ਬਸ ਸੁਣ ਲਿਆ ਅਤੇ ਬਸ ਵਾਹੀ 2 ਸਾਲ ਕੱਢ ਕੇ ਆਇਆ। ਹੁਣ ਥੋੜ੍ਹਾ ਜਿਹਾ ਤੁਸੀਂ ਵੀ ਫੀਲ ਕਰਕੇ ਜਾਓ ਜੇ ਸੁਣਦੇ ਹੋ ਪਏ। ਅਤੇ ਫਿਰ ਬਾਅਦ 'ਚ ਭਾਈ ਜੀ ਅੱਲਾ ਤੁਹਾਡਾ ਭਲਾ ਕਰੇ, ਫੋਨ ਦੋਵਾਂ ਕੋਲ ਹੀ ਆਇਆ, ਮੇਰੇ ਕੋਲ ਵੀ ਉਹਦੇ ਕੋਲ ਹੀ ਫੋਨ ਆਇਆ ਸੀ। ਅਤੇ ਫਿਰ ਜਦੋਂ ਅਸੀਂ ਉਹਦੇ 'ਚ ਬਹਿ ਗਏ ਬੱਸ ਦੇ ਵਿੱਚ, ਬਨਗਾਜ਼ੀ ਸ਼ਹਿਰ 'ਚ ਬੈਠੇ ਤੁਬਰਕ ਗਏ ਪਹਿਲੀ ਵਾਰੀ, ਅਤੇ ਮੇਰਾ ਫੋਨ ਮੇਰੇ ਕੋਲ ਜੇਬ 'ਚ ਪਾਇਆ ਸੀ, ਅਤੇ ਮੈਨੂੰ ਆਂਦਾ ਫੋਨ ਚਣਿਆਂ ਦੇ ਵਿੱਚ, ਉਹਦਾ ਫੋਨ ਸਮਸੰਗ ਦਾ ਸੀ। ਮੈਨੂੰ ਆਂਦਾ ਫੋਨ ਚਣਿਆਂ ਦੇ ਵਿੱਚ ਧਰ ਲਈਏ ਜਾਂ ਕੋਲ ਰੱਖੀਏ, ਅਤੇ ਮੈਂ ਚਣਿਆਂ ਦੇ ਵਿੱਚ ਧਰ ਲੈ। ਆਂਦਾ ਠੀਕ ਹੈ। ਅਤੇ ਚਣਿਆਂ ਦੇ ਵਿੱਚ ਭਾਅ ਜੀ ਫੋਨ ਆਸਾਨ ਨਾਲ ਛੁਪਾ ਦਿੱਤਾ, ਅਤੇ ਇਸਦਾ ਛਾਪਰ ਛੁੱਪਰ ਚਾੜ ਕੇ ਅਤੇ ਬੈਗ ਸ਼ੈਗ ਨਾ ਪਿੱਛੇ ਹੀ ਧਰੇ ਚਣੇ ਵੀ। ਉਹ ਜਦੋਂ ਸ਼ਹਿਰ ਦੇ ਵਿੱਚ ਗਏ ਅੱਗੇ ਟੈਕਸੀਆਂ ਚੇਂਜ ਹੋਈਆਂ, ਜਦੋਂ ਤੁਬਰਕ ਸ਼ਹਿਰ ਦੇ ਵਿੱਚ ਆਪਣੇ ਚੌਕ ਦੇ ਵਿੱਚ ਉਹਨੇ ਗੱਡੀ ਸਾਈਡ 'ਤੇ ਲਾਈ, ਦੂਸਰੀ ਗੱਡੀ ਆਈ, ਉਹਨੇ ਫਟਾਫਟ ਦੂਸਰੀ ਗੱਡੀ 'ਚ ਵੜਿਆ। ਸਾਂ ਕਿਹਾ ਸਾਡਾ ਬੈਗ, ਉਹਦਾ ਬਵੋ ਬੈਗ ਤੁਹਾਨੂੰ ਦੇਣਾ ਬੈਗ, ਅਗਲੇ ਘਰ ਉਹ ਨਿਕਲੋ ਲੈ ਬਈ। ਉਹ ਫਿਰ ਮੈਨੂੰ ਆ ਕੇ ਲੈ ਬਈ ਬੈਗ ਦੇ ਉੱਥੇ ਰਹਿ ਕੇ। ਮੈਂ ਚਲੋ ਕੋਈ ਨਹੀਂ, ਇੱਕ ਫੋਨ ਹੈ ਕੋਲ, ਆਂਦਾ ਚੱਲ ਸਹੀ ਹੈ। ਉਹ ਫੋਨ ਭਾਅ ਜੀ ਇੱਕ ਹੀ ਸਾਡੇ ਕੋਲ ਫੋਨ। ਫਿਰ ਅਗਲੀ ਸੇਫ 'ਚ ਗਏ, ਉੱਥੇ ਬੂਹਾ ਖੋਲ੍ਹਿਆ, ਅਤੇ ਉਹ ਕੋਈ ਮਦਰਸਾ ਟਾਈਪ ਹੀ ਸੀ, ਲੰਮਾ ਅਤੇ ਤਹਿਖਾਨੇ ਬਣੇ,
ਤੇ ਅੱਗੇ ਹਨੇਰੇ ਸਿਰ ਹੋਇਆ ਤੇ ਉਹ ਗਿਣਤੀ ਕਰਨ ਇੰਨੇ ਬੰਦੇ ਹੋ ਗਏ ਨਹੀਂ ਹਮਸਾਰ ਬਾਸਮਾ ਸਭਾ ਤਲਾਸ਼ ਨਦਾਸ਼ ਕਨਾਸ਼ ਫਦਾਸ਼ ਉੱਥੇ ਭਾਜੀ ਗਿਣਤੀ ਵੀ ਹੋਵੇ ਅਸਾਂ ਕਿਹਾ ਲੈ ਵੀ ਇੱਥੋਂ ਸਿੱਧੀ ਗੇਮ ਦੀ ਗੱਲ ਹੀ ਹੁਣ ਜੰਟਰ ਨੇ ਸਹੀ ਆਖਿਆ ਇਹ ਗੇਮ ਵਾਲੀ ਆ ਸੇਫ ਇੱਥੋਂ ਸਿੱਧਾ ਗੇਮ 'ਚ ਹੀ ਪੈਣਾ ਵੇ। ਅਤੇ ਉੱਥੇ ਭਾਜੀ ਗਿਣਤੀ ਹੋਈ ਇੱਕ ਰਾਤ ਅਸੀਂ ਉੱਥੇ ਰਹੇ ਅਤੇ ਇੰਝ ਖਾਮੋਸ਼ੀ ਬਿਲਕੁਲ ਖਾਮੋਸ਼ੀ ਹੋਈ ਕੋਈ ਕਿਸੇ ਨੂੰ ਬੁਲਾਏ ਨਾ ਅਤੇ ਅਰਬੀ ਆਏ ਬਾਰ ਬਾਰ ਇੱਥੋਂ ਤੁਸੀਂ ਗੇਮ 'ਚ ਟੁਰ ਜਾਣਾ ਇਹ ਫੋਨ ਹੈ 100 ਦਿਨਾਰ ਦਾ ਫੋਨ ਲੈ ਲਓ ਤੁਹਾਨੂੰ ਇਟਲੀ ਜਾ ਕੇ ਕੰਮ ਆਵੇ ਇਹਦਾ ਅਤੇ ਡਰਦਾ ਕੋਈ ਪੈਸੇ ਵੀ ਨਾ ਦੇ ਅਰਬੀ ਪੈਸੇ ਵੀ ਨਹੀਂ ਵਾਪਸ ਕਰਦੇ ਨਾ ਮੰਗਣੇ ਜੋਗੇ ਨਾ ਦੇਣੇ ਜੋਗੇ ਉਹਨਾਂ ਕੋਲ ਨਾ ਚੀਜ਼ ਲੈਣੇ ਜੋਗੇ ਅਤੇ ਬਸ ਉੱਥੋਂ ਭਾਜੀ ਉਹਨੇ ਚੁੱਕਿਆ ਅਤੇ ਇੱਕ ਅਗਲੀ ਵੱਡੀ ਸੇਫ 'ਚ ਲੈ ਕੇ ਸਾਨੂੰ ਉੱਥੇ ਫਿਰ ਜਾ ਕੇ ਨਾਮ ਪਤਾ ਦਰਜ ਕਰਾਇਆ ਕਿਹਦੇ ਬੰਦੇ ਹੋ ਫਲਾਣੇ ਦੇ ਬੰਦੇ ਆ ਅੱਛਾ ਜੀ ਚਲੋ ਸਹੀ ਹੈ ਉੱਥੇ ਬਹਿ ਜਾਓ ਉੱਥੇ ਕੁੜੀ ਆ ਉਹਦੇ ਪੁੱਤਰ ਨੇ ਕੱਢੇ ਫੈਰ 2-4 ਹੈ ਬਸ ਪ੍ਰੈਸ਼ਰ ਪਾਉਣੇ ਵਾਸਤੇ ਅਤੇ ਉੱਥੇ ਬਹਿ ਗਏ ਉੱਥੇ ਘੰਟਾ ਕੁਰੇ ਉਹਨਾਂ ਨੇ ਇੱਕ ਗੋਲ ਗੋਲ ਹੁੱਬਸ ਵਿੱਚ ਪਕੌੜੀਆਂ ਜਿਹੀਆਂ ਦਿੱਤੀਆਂ ਉਹ 2 ਦਿਨਾਂ ਬਾਅਦ ਖਾਧੀਆਂ ਅਤੇ ਫਿਰ ਅਗਲੀ ਸੇਫ 'ਚ ਲੈ ਗਏ ਉੱਥੋਂ ਅਤੇ ਉੱਥੇ ਫਿਰ ਰਹੇ ਤਕਰੀਬਨ ਮਹੀਨਾ ਡੇਢ ਉੱਥੇ ਸੁਣੋ ਗੱਲ ਹੁਣ ਭਾਈ ਉੱਥੇ ਲੰਮਸ ਲੰਮਾ ਗਰਾਊਂਡ ਹਜੇ ਅਤੇ ਗਰਾਊਂਡ ਕੀ ਹੀ ਘਰ ਹੀ ਕੋਈ 20 ਸੀ ਕਿਸੇ ਦਾ ਉੱਥੇ ਰਹਿਣਾ ਦਿਨੇ ਧੁੱਪੇ ਰਹਿਣਾ ਰਾਤੀ ਅੰਦਰ ਵੜ ਆਉਣਾ ਅਤੇ ਉਹ ਵੀ ਕੱਚਿਆ ਅਤੇ ਕੁੜੀ ਜਾਵੇ ਉੱਥੇ ਜਿਹੜੇ ਬੰਦੇ ਉਹਨਾਂ ਨੂੰ ਜੂਆਂ ਪਾਈਆਂ ਉਸੇ ਸੇਫ 'ਚੋਂ ਬੰਦੇ ਨਿਕਲ ਕੇ ਗੇਮ 'ਚ ਜਾਂਦੇ ਹਨ ਅਤੇ ਉਹਨਾਂ ਗੱਲਾਂ ਸੁਣਾਉਣੀਆਂ ਪਿਛਲੇ ਜੁਮੇ ਗੇਮ ਨਿਕਲੀ ਉਹ ਫਲਾਣਾ ਵਿਚਾਰਾ ਰਹਿ ਗਿਆ ਜੀ ਉਹ ਰਹਿ ਗਿਆ ਜੀ ਉਹ ਗੇਮ 'ਚ ਵਾਪਸ ਹੋ ਕੇ ਆ ਗਏ ਉਹਦਾ ਹੱਥ ਪੈ ਗਿਆ ਸੀ ਕਸ਼ਤੀ ਨੂੰ ਅਤੇ ਬਸ ਉਹਨਾਂ ਕਸ਼ਤੀ ਤੋੜ ਲਈ ਹੈ ਇੱਕ ਛੋਟੀ ਕਸ਼ਤੀ 'ਚ ਬਹਿ ਗਏ ਹਨ ਨਹੀਂ ਵੱਡੀ ਕਸ਼ਤੀ ਦੇ ਨੇੜੇ ਗਏ ਨੇ ਉਹਨੇ ਆਖਿਆ ਟਾਈਮ ਪੂਰਾ ਹੋ ਗਿਆ ਭੈਣ ਸਿਰੀ ਫੌਜ ਪੈਣੇ ਵਾਲੀ ਉਹਨਾਂ ਕਸ਼ਤੀ ਭਜਾ ਲਈ ਹੈ ਅਤੇ ਵਾਪਸ ਆ ਗਏ ਨੇ ਵਿਚਾਰੇ ਇਹਨਾਂ ਦੀ ਕਿਸਮਤ 'ਚ ਨਹੀਂ ਆ ਅਤੇ ਉਹ ਫਲਾਣੇ ਨੂੰ ਇੰਨੀ ਹੋ ਗਈ ਉਹਦੀ ਪੇਮੈਂਟ ਕੋਈ ਨਹੀਂ ਵੀ ਹੁੰਦੀ ਅਤੇ ਉਹ ਇੱਥੇ ਬਹਿ ਰਹੇ ਉਹ ਫਲਾਣੇ ਨੂੰ ਇੱਥੇ 7 ਮਹੀਨੇ ਹੋ ਗਏ ਨਹੀਂ ਇੱਥੇ ਬਹਿ ਰਹੇ ਉਹ ਇੱਕ ਬੰਦੇ ਦੀ ਲੱਤ ਕੋਈ ਨਹੀਂ ਆ ਅਤੇ ਹੋਰ ਇਹਨੂੰ ਲੀਬੀ ਨੂੰ ਤਰਸ ਆ ਗਿਆ ਉਹਨੇ ਉਹਨੂੰ ਆਵਾਜ਼ ਦਿੱਤੀ ਇੰਝ ਦੀਆਂ ਗੱਲਾਂ ਉੱਥੇ ਹੁਣ ਰੋਜ਼ ਦਿਹਾੜੀ ਅਤੇ ਦੂਸਰੇ ਨੰਬਰ 'ਤੇ ਇੱਕ ਹੋਰ ਵੀ ਗੱਲਾਂ ਹੁੰਦੀਆਂ ਹਨ ਉੱਥੇ ਉੱਥੋਂ ਯੂਰਪ ਜਾ ਕੇ ਕੈਂਪ ਦੇ ਵਿੱਚ ਪਹਿਲਾਂ ਸਭ ਤੋਂ ਬੱਕਰਾ ਲਿਆਉਣਾ ਬੱਕਰਾ ਖਾਣਾ ਬੱਕਰਾ ਬਣਾਉਣਾ ਅਤੇ ਹੋਰ ਕੱਖ ਨਹੀਂ ਕਰਨਾ ਕੰਮ ਨਾ ਲੱਭੇ ਨਾ ਕੋਈ ਗੱਲ ਨਹੀਂ ਸਿਰਫ ਬੱਕਰਾ ਖਾਣਾ ਪੂਰਾ ਸਾਲਮ ਬੱਕਰਾ ਮੰਗਾ ਕੇ ਨਾ ਕੈਂਪ 'ਚ ਬਣਾ ਕੇ ਖਾਣਾ ਵੇ ਅੱਛਾ ਜੀ ਅਤੇ ਇਕੱਠੀਆਂ ਰਹਿਣਾ ਵੇ ਅਤੇ ਕੋਈ ਆਖੇ ਜੀ ਮੇਰੇ ਅਤੇ ਮਾਮੇ ਨੇ ਆਖਿਆ ਤੂੰ ਆ ਅਤੇ ਆਈਫੋਨ ਉਦੋਂ 16 ਪ੍ਰੋ ਮੈਕਸ ਚੱਲਦਾ ਸੀ ਨਵਾਂ ਹੁਣ 17 ਚੱਲਦਾ 16 ਪ੍ਰੋ ਮੈਕਸ ਨਵਾਂ ਡੱਬਾ ਪੈ ਕੇ ਲਿਆ ਕੋਈ ਆਖੇ ਮੈਂ ਪਹਿਲਾਂ ਵੀ ਜਰਮਨ ਰਹਿ ਕੇ ਆਇਆ ਵਾਂ ਮੈਂ ਫਲਾਣੇ ਯੂਰਪ ਰਹਿ ਕੇ ਆਇਆ ਵਾਂ ਅਤੇ ਬਸ ਮੈਂ ਉਦੋਂ ਇੰਨੇ ਸਾਲ ਰਹਿ ਕੇ ਆਇਆ ਹਾਂ ਫਿਰ ਪਾਕਿਸਤਾਨ ਟੁਰ ਗਿਆ ਅਤੇ ਫਿਰ ਹੁਣ ਆਇਆ ਵਾਂ ਅਤੇ ਮੈਨੂੰ ਰੌਲਾ ਕੋਈ ਨਹੀਂ ਮੈਂ ਫਲਾਣੇ ਆਪਣੇ ਪਾਪਾ ਕੋਲ ਟੁਰ ਜਾਣਾ ਆਪਣੇ ਚਾਚੇ ਕੋਲ ਮਾਮੇ ਕੋਲ ਟੁਰ ਜਾਣਾ ਆਪਣੇ ਰਿਸ਼ਤੇਦਾਰਾਂ ਕੋਲ ਟੁਰ ਜਾਣਾ ਇੰਝ ਦੀਆਂ ਗੱਲਾਂ ਹੋਣ ਅਤੇ ਇੰਝ ਭਾਅ ਜੀ ਮਹੀਨਾ ਲੰਘ ਗਿਆ ਪਹਿਲੀ ਗੇਮ ਆਈ ਉਹਨੇ ਲੈਣਾ ਬਣਾਈਆਂ ਅਤੇ ਭਾਅ ਜੀ ਕੋਈ ਨਾ ਸ਼ਾਇਦ ਏਜੰਟਾਂ ਦੇ ਨਾਂ ਬੋਲਣ ਸਾਡੇ ਏਜੰਟ ਦਾ ਉਹਨੇ ਇੱਕ ਵਾਰੀ ਨਾਂ ਬੋਲਿਆ ਹੈ ਉਹਦੇ ਬੰਦੇ ਬਾਹਰ ਨਿਕਲੋ ਮੈਂ ਆਖਿਆ ਸਾਡੇ ਏਜੰਟ ਦਾ ਨਾਂ ਹੀ ਅਤੇ ਮੇਰਾ ਕਦਨ ਕਹਿੰਦਾ ਨਹੀਂ ਬੈਠਾ ਰਹਿ ਸਾਡੇ ਏਜੰਟ ਦਾ ਨਾਂ ਨਹੀਂ ਅਤੇ ਸਾਡੇ ਏਜੰਟ ਦਾ ਨਾਂ ਹੋ ਰਹੇ ਅਤੇ ਮੈਂ ਕਿਹਾ ਚੱਲ ਸਹੀ ਹੈ ਕਹਿੰਦਾ ਨਹੀਂ ਨਾਂ ਬੋਲਣਾ ਉਹਨੇ ਅਤੇ ਫਿਰ ਕੱਢਣਾ ਬੜਾ ਗੇਮ ਉੱਥੇ ਇੱਕ ਵਾਰੀ ਨਾ ਹੋਣਾ ਸੀ ਪੰਗਾ ਵੜ ਜਾਣਾ ਹੁੰਦਾ ਭਾਜੀ ਕੇ ਨਾ ਵਿੱਚ ਸਾਡਾ ਹੀ ਹੈ ਠੀਕ ਹੈ ਮੈਂ ਕਿਹਾ ਉੱਠ ਪਿਆ ਕਹਿੰਦਾ ਨਹੀਂ ਮੈਂ ਕਿਹਾ ਚਲੋ ਸਹੀ ਹੈ ਅਤੇ ਉਹ ਵੱਡਾ ਸੀ ਮੇਰੇ ਤੋਂ ਮੈਂ ਭਾਈ ਜਿੰਜੋ ਨਿਆਣਾ ਸੀ ਮੈਂ ਫਿਰ ਉਂਝ ਹੀ ਕਰਦਾ ਮੈਂ ਜੀ ਓਕੇ ਹੋਇਆ ਜੀ ਬੈਠੇ ਰਹਿੰਦੇ ਹਾਂ ਉਹ ਭਾਜੀ ਬੰਦੇ ਨਾ ਕੱਢਣੇ ਰਾਤੀ ਬੰਦੇ ਤੁਹਾਨੂੰ ਤਿਆਰੀ ਕਰਾ ਕੇ ਬਾਹਰ ਛੱਡਦੇ ਨੇ ਘੰਟੇ ਤੋਂ ਅੱਧੇ ਦੀ ਗੇਮ ਹੁੰਦੀ ਹੈ ਬੰਦੇ ਕੱਢ ਕੇ ਕੰਟੇਨਰਾਂ 'ਚ ਪਾ ਕੇ ਅਤੇ ਬਾਕੀਆਂ ਨੂੰ ਡਾਂਗਾ ਮਾਰ ਕੇ ਅੰਦਰ ਵਾੜ ਛੱਡਦੇ ਨੇ ਉਹ ਭਾਜੀ ਜਦੋਂ ਗੇਮ ਲੈ ਗਏ ਉਹਨਾਂ ਸਲਫ ਮਾਰੇ ਕੰਟੇਨਰ ਟੁੱਟ ਗਏ ਫਿਰ ਬਾਜੀ ਕੰਧਾਂ ਟੁੰਡੀਏ ਕਿਤੋਂ ਦੀ ਵੜੀਏ ਕੰਟੇਨਰ ਦੇ ਥੱਲੇ ਵੜੀਏ ਉੱਤੋਂ ਦੀ ਕੰਧਾਂ ਟੱਪੀਏ ਅਤੇ ਭਾਜੀ ਜਦੋਂ ਅੰਦਰ ਵੜੇ ਨਾ ਆ ਕੇ ਅਤੇ ਇੱਕ ਵਾਰੀ ਅੰਜੂ ਤਾਂ ਛੱਤ 'ਤੇ ਵੇਖਿਆ ਮੈਨੂੰ ਤਾਂ ਭਾਜੀ ਰਾਤੀ 1 ਦਾ ਟਾਈਮ 'ਤੇ ਮੈਨੂੰ ਤਾਰੇ ਨਜ਼ਰ ਆ ਗਏ ਰਾਤੀ ਮੈਂ ਆਖਿਆ ਚਲੋ ਬਾਲ ਕੀ ਕਰ ਸਕਦੇ ਹਾਂ ਉੱਥੇ ਕਰ ਕੀ ਸਕਦੇ ਹਾਂ ਮੈਂ ਫੋਨ ਲਿਆ ਜਿੰਨਾ ਵੀ ਹੋ ਸਕੇ ਉੱਥੇ ਮੈਸੇਜ ਕੀਤੇ ਉਹਨੂੰ ਉਹਦੀ ਫਲਾਣੇ ਢੀਂਗੇ ਨੂੰ ਆਖੋ ਕਿ ਸਾਨੂੰ ਗੇਮ 'ਚ ਨਹੀਂ ਪਾਇਆ ਗੇਮ ਨਿਕਲ ਗਈ ਹੈ ਅਤੇ ਉਂਝ ਅਤੇ ਦੂਸਰਿਆਂ ਦੇ ਬੰਦਿਆਂ ਦੇ ਭਾਈ 17 ਬੰਦੇ ਨਿਕਲੇ ਨਹੀਂ ਅਤੇ 5 ਜਿੱਦੇ ਬੰਦੇ ਨਿਕਲੇ
ਉਹ ਵੀ ਕੋਈ ਮਹੀਨਾ ਡੇਢ ਪਹਿਲਾਂ ਦੇ ਉੱਥੇ ਉਹਨਾਂ ਨੂੰ ਪੈਸੇ ਦੇ ਕੇ ਜਿਹੜੇ ਅੱਗੇ ਮੁੰਚੀ ਹਨ ਤੇ ਭਾਜੀ ਗੇਮ 'ਚ ਪਏ। ਤੇ ਅੱਲਾ ਤੁਹਾਡਾ ਭਲਾ ਕਰੇ, ਗੇਮ ਪੜ ਗਈ ਹੈ, ਰੋਜ਼ਿਆਂ ਦਾ ਮਹੀਨਾ ਸੀ ਉਦੋਂ। ਤੇ ਫਿਰ ਜੀ ਗੇਮ ਨਿਕਲ ਗਈ ਹੈ, ਬੱਕਰਾ ਉਹਨਾਂ ਇੱਕ ਲਿਆਂਦਾ ਵੇ, ਬੱਕਰਾ ਖਵਾਇਆ ਸਾਰਿਆਂ ਨੂੰ। ਤੇ ਫਿਰ ਜੇ ਹੁਣ 17ਵੇਂ ਰੋਜ਼ੇ ਗੇਮ ਨਿਕਲਣੀ ਹੈ, ਕੋਈ ਨਾ ਨਿਕਲੀ ਉੱਥੋਂ ਨਾ ਬੰਦੇ ਚੁੱਕੇ। ਫਿਰ ਭਾਜੀ ਬਿਨਗਾਜ਼ੀਓਂ ਅਜਦਾਬੀਆ ਦੀ ਗੇਮ ਨਿਕਲਣੀ 1500 ਬੰਦੇ ਵਾਲੀ ਵੱਡੀ ਗੇਮ। ਉਹ ਭਾਜੀ ਕੰਟੇਨਰ ਦਾ ਟਾਇਰ ਫਟ ਗਿਆ। ਕੋਈ ਆਖੇ ਜੀ ਮਸਰੀਆਂ ਅਰਬੀਆਂ ਗੁੜੀਆ ਹੋਵੇ ਤੇ ਕੇਲੇ ਖਾ ਕੇ ਚੌਕੀ ਆਈ ਤੇ ਉਹ ਉੱਥੇ ਛਿਲਕੇ ਬਾਹਰ ਸੱਟੇ। ਕੋਈ ਆਖੇ ਨਿਆਣੇ ਰੋਏ ਨੇ ਅੰਦਰ, ਕੋਈ ਆਖੇ ਲੜ ਪਏ ਹਨ ਅੰਦਰ ਤੇ ਫੌਜੀਆਂ ਨੇ ਫੜ ਲਏ। ਇੰਝ ਦੀਆਂ ਫਿਰ ਗੱਲਾਂ ਸੁਣਾਉਣ ਅਸੀਂ ਵੀ ਜਦਾਬੀਆ ਫੜ ਕੇ ਤੇ ਉਹ ਫਿਰ ਫੜ ਗਈ ਤੇ ਸਿਵ ਦੇ ਵਿੱਚ ਹੀ ਨਾ। ਫਿਰ ਜਦੋਂ ਵੱਡੀ ਗੇਮ ਫੜ ਕਰਦੀ ਹੈ ਨਾ, ਜਿਹੜੇ ਬੰਦਿਆਂ ਨੇ ਗੇਮ ਕੱਢਣੀ ਹੁੰਦੀ ਹੈ, ਉਹ ਫਿਰ ਅੱਧੀ ਗੇਮ ਤੁਹਾਡੀ ਫੜ ਕੇ ਤੇ ਨਾ ਪਿੱਛੇ ਤੇ ਤੁਹਾਡੇ ਬੰਦੇ ਨਹੀਂ ਪੂਰੇ ਹੁੰਦੇ। ਇੱਕ ਬੰਦੇ ਦੇ ਏਜੰਟ ਦੇ ਬੰਦੇ ਪੁਆਇੰਟ 'ਤੇ ਪੜ ਜਾਂਦੇ ਨੇ, ਬਾਕੀ ਦੋਵਾਂ ਦੇ ਪਿੱਛੇ ਹੁੰਦੇ ਨੇ ਤੇ ਫੜ ਕਰਦੇ ਨੇ। ਗੇਮ ਨਹੀਂ ਪੂਰੀ ਹੁੰਦੀ, ਫਿਰ ਬੰਦੇ ਨਹੀਂ ਪੂਰੇ ਹੁੰਦੇ ਤੇ ਉਹ ਫਿਰ ਏਜੰਟ ਆਂਦੇ ਨੇ ਜੀ ਗੇਮ ਨਹੀਂ ਕੱਢਣੀ। ਤੇ ਜਿਹੜੇ ਬੰਦੇ ਅੱਗੇ ਟੁਰੀ ਹੁੰਦੇ ਨੇ ਨਾ ਲੀਬੀ ਕੋਲੋਂ, ਫਿਰ ਮਾਫੀਆ ਬਣ ਜਾਂਦਾ। ਉਹ ਕਹਿੰਦਾ ਹੁਣ ਮੈਂ ਬੰਦੇ ਇੱਥੇ ਲਿਆਂਦੇ ਨੇ, ਇਹਨਾਂ ਨੂੰ ਖਾਣਾ ਦਿੱਤਾ ਵੇ, ਰਿਸਕ ਲਿਆ, ਹੁਣ ਮੈਨੂੰ ਇਹਨਾਂ ਦੀ ਪੇਮੈਂਟ ਕਰੋ। ਤੇ ਉਹ ਫਿਰ ਪੇਮੈਂਟ ਨਹੀਂ ਏਜੰਟ ਕਰਦੇ, ਫਿਰ ਕਰਦੇ ਇੰਝ ਨਹੀਂ। ਉੱਥੇ ਨਾ ਲੋਕੇਸ਼ਨ ਅੱਗੇ ਹੁੰਦੀਆਂ ਨੇ ਬੰਦਿਆਂ ਏਜੰਟਾਂ ਦੇ ਕੋਲ ਵੀ ਫਲਾਣਾ ਪੁਆਇੰਟ ਹੈ, ਉੱਥੇ ਫਿਰ ਫੌਜ ਪਵਾ ਛੱਡਦੇ ਨੇ। ਫਿਰ ਫੌਜ ਦੇ ਕੋਲੋਂ ਸਸਤੇ ਰਾਹ 'ਚ UN ਵਿੱਚ ਪਾ ਕੇ ਛਡਾ ਕੇ ਤੇ ਘਰ ਲੈ ਆਉਂਦੇ ਨੇ। ਤੇ ਫਿਰ ਅੱਲਾ ਤੁਹਾਡਾ ਭਲਾ ਕਰੇ, ਅਸੀਂ ਉਸ ਸੇਫ 'ਚ ਬੈਠੇ ਤੇ ਉੱਥੇ ਦਾ ਮੇਰਾ ਇੱਕ ਯਾਰ ਬਣਿਆ ਫਿਰ ਸਲੀਮ ਤਰਹਾਨ ਸ਼ੇਖੂਪੁਰੇ ਦਾ। ਪਹਿਲਾਂ ਜਦੋਂ ਮੈਂ ਵਲੋਗਿੰਗ ਸਟਾਰਟਿੰਗ ਕੀਤੀ ਸੀ ਨਾ, ਉਹ ਬੰਦਾ ਤੁਸੀਂ ਜਾ ਕੇ ਮੇਰੇ ਪਹਿਲਾਂ ਸ਼ੁਰੂ ਵਾਲੇ ਵਲੋਗਾਂ 'ਚ ਵੇਖ ਸਕਦੇ ਹੋ। ਮੈਨੂੰ ਬੁਖਾਰ ਚੜ੍ਹਿਆ ਸੀ ਤੇ ਕਦਰ ਮੇਰਾ ਉੱਥੋਂ ਲੀਬੀਆ ਹੀ ਨਾ, ਉਹਨਾਂ ਭਾਜੀ ਇੰਝ ਤੂੰ ਆ ਉਹ ਉਠਾਉਂਦੇ ਨੇ ਤੇ ਆ ਜਾਂਦੇ ਨੇ। ਤੇ ਅਸਾਂ ਚਲੋ ਕੋਈ ਇੱਕੋ ਪੁਆਇੰਟ 'ਤੇ ਜਾਣਾ ਵੇ ਤੇ ਉਹ ਪੁਆਇੰਟ 'ਤੇ ਇਕੱਠੇ ਹੋ ਜਾਵਾਂਗੇ। ਉਹ ਫਿਰ ਅਸੀਂ ਉੱਥੋਂ ਵੱਖੋ ਹੋ ਗਏ ਤੇ ਉਹ ਸਲੀਮ ਬੰਦਾ ਨਾ ਮੈਨੂੰ ਉੱਥੇ ਲੱਭਾ ਪਹਿਲੀ ਵਾਰੀ ਉਸੇ ਰੇਫ 'ਚ। ਤੁਸੀਂ ਮੇਰੇ ਪਹਿਲਾਂ ਵਲੋਗਾਂ 'ਚ ਦੇਖ ਸਕਦੇ ਹੋ। ਉਹਨੇ ਭਾਜੀ ਟੈਟ ਤੇ ਫੁੱਲ ਕੱਸੀ ਪੈਂਟ ਪਾਈ, ਜੈਕਟ ਟੈਟ ਪਾਈ, ਬਿਸਕੁਟ ਖਜੂਰਾਂ ਵਿੱਚ ਤੁੰਨੀਆਂ ਫੁੱਲ ਪੂਰਾ ਨਾ ਜਿਹਨੂੰ ਆਂਦੇ ਨੇ ਨਾ ਤਿਆਰੀ 'ਚ ਤੇ ਮੈਨੂੰ ਬੁਖਾਰ ਚੜਿਆ। ਕਦੀ ਇੰਝ ਕੱਢੇ ਇੰਝ ਸ਼ਕਲਾਂ ਬਣਾਏ ਅਜੀਬ ਕਦੀ ਇੱਧਰ ਜਾਏ। ਮੈਨੂੰ ਦਿਲ ਵੇਖ ਕੇ ਨਾ ਮੈਨੂੰ ਹਾਸਾ ਆ ਗਿਆ। ਮੈਂ ਬੰਦਾ ਕਰਦਾ ਕੀ ਇਹ ਪਿਆ, ਗੇਮ ਤਾਂ ਚੱਲਾ ਵੇ ਜਾਂ ਕੀ ਕਰੂਗੇ। ਤੇ ਉਹ ਆਇਆ ਜੀ ਸਾਡੇ ਕੋਲ ਬੈਠਾ, ਨਾਲ ਹੋਰ ਵੀ ਬੰਦਿਆਂ ਨੇ ਆਪਣੇ ਇਲਾਕੇ ਦੇ ਗੱਪਸ਼ਪ ਹੋਈ। ਫਿਰ ਹੌਲੀ ਯਾਰ ਬਣ ਗਿਆ। ਰਾਤੀ ਆ ਫਿਰ ਫੌਜੀ ਹਾਲਤ ਨੇ ਬੂਆ ਭੰਨਿਆ ਦੜਾਲ। ਮੈਂ ਬੂਏ ਦੇ ਨਾਲ ਹੀ ਲੰਮਾ ਪਿਆ, ਬੈਠੇ ਕਰ ਬੂਆ ਲੋਹੇ ਦਾ ਦੜਾਲ ਜਦੋਂ ਠੁੱਡ ਮਾਰੇ ਨਾ। ਮੈਂ ਪਹਿਲਾਂ ਹੀ ਜਿਹੜੇ ਬੰਦੇ ਹਨ ਉਹ ਤੁਬਰਕ ਪੁਆਇੰਟ ਦੇ ਉਹਦੇ ਹਨ ਜਦਾਬੀਆ ਨਹੀਂ ਜਾਣਾ, ਜਦਾਬੀਆ ਗੇਮ ਨਿਕਲਣੀ। ਉੱਥੇ ਮਾਫੀਆ ਬੜੀ ਤਗੜੀ, ਉਹ ਫੜ ਕੇ ਬੜਾ ਕੁੱਟਦੀ ਤੇ ਬੜੇ ਪੈਸੇ ਲੈਂਦੀ। ਮੈਂ ਲੈ ਬਈ ਜਦੋਂ ਉਹਨੇ ਠੁੱਡੇ ਮਾਰੇ ਨਾ ਤੇ ਮੈਂ ਕਿਹਾ ਲੈ ਵੀ ਇੱਥੇ ਕੁੜੀ ਆ ਵੀ ਜੰਗ ਲੱਗ ਗਈ ਆ। ਤੇ ਉਹ ਸੇਫ ਦੇ ਵਿੱਚ ਨਾ ਬੰਦਿਆਂ ਦੇ ਬੈਗ ਪਏ ਹਨ, ਜਿਹੜੇ ਉਹ ਸੇਫ 'ਚ ਬਸਤੇ ਆਪਣੇ ਛੱਡ ਕੇ 0 ਪੁਆਇੰਟ 'ਤੇ ਟੁੱਟ ਗਏ ਹਨ। ਉਹਨਾਂ ਨੇ ਇੱਕ ਡਾਲੇ 'ਚ ਬਸਤੇ ਵੀ ਸੱਟੇ। ਸਾਨੂੰ ਇੱਕ ਗੋਦਾਮ ਦੇ ਵਿੱਚ ਬੰਦ ਕੀਤਾ। ਗੋਦਾਮ ਬਿਲਕੁਲ ਨਵਾਂ ਗੋਦਾਮ ਸੀ, ਸਹੀ ਹੈ। ਸਾਨੂੰ 2013 ਦਾ ਬਣਿਆ ਸੀ ਤੇ ਉਦੋਂ ਬਾਅਦ ਬੰਦ ਸੀ। 13-11 ਦੇ ਵਿੱਚ ਜੰਨਤ ਗਜ਼ਾਫੀ ਵੀ ਨੇ ਸ਼ਹੀਦ ਹੋ ਗਿਆ ਸੀ ਤੇ ਉਦੋਂ ਦਾ ਬਾਅਦ 'ਚ ਫਿਰ ਹਰ ਚੀਜ਼ ਬੰਦ ਸੀ, ਫੈਕਟਰੀ ਵੀ ਬੰਦ ਸੀ, ਮਗਾਰ ਹੋਏ ਹਨ। ਉਹਦੇ 'ਚ ਉਹਨਾਂ ਸਾਨੂੰ ਰੱਖਿਆ ਕਲੀਨ, ਥੱਲੇ ਸਾਫ ਵਿਛੇ ਪਏ ਤੇ ਕਬੂਤਰਾਂ ਦੀਆਂ ਸਿਰਫ ਬਿੱਠਾਂ ਹੀ ਹਨ ਉੱਥੇ। ਤੇ ਉਹਨਾਂ ਬਸਤੇ ਸੱਟੇ ਉੱਥੇ ਤੇ ਉਹਨੇ ਆਪਣੇ ਬਸਤੇ ਚੁੱਕ ਲਿਆ। ਅਸੀਂ ਸਾਡਾ ਬਸਤਾ, ਮੈਂ ਕਿਹਾ ਮੇਰਾ ਬਸਤਾ ਤੇ ਅੱਗੇ ਲੀਬੀਏ ਉੱਥੇ ਤੁਬਰਕ ਬਿਨਗਾਜ਼ੀ ਏਅਰਪੋਰਟ 'ਚ ਹੀ ਰਹਿ ਗਿਆ। ਤੇ ਚਲੋ ਮੈਂ ਵੀ ਚੁੱਕ ਲਿਆ ਕਿਸੇ ਦਾ। ਤੇ ਬੰਦੇ ਅਗੇ ਘੱਟ ਹਨ, ਬਸਤੇ ਜ਼ਿਆਦਾ ਹਨ, ਬੰਦੇ ਥੋੜ੍ਹੇ ਹਨ। ਮੈਂ ਬਸਤਾ ਚੁੱਕ ਲਿਆ। ਉਹ ਬਸਤਾ ਭਾਜੀ ਇੱਕ ਸਿਆਲਕੋਟ ਦਾ ਮੁੰਡਾ ਸੀ, ਉਹਦਾ ਬਸਤਾ ਸੀ ਤੇ ਵਿੱਚ ਨਵੇਂ ਕੱਪੜੇ ਨਾਇਕੀ ਦੇ ਤੇ ਇੱਕ ਡੰਡਾ ਸਿਰਗਟਾਂ ਦਾ। ਮੈਂ ਸਿਰਗਟ ਨਹੀਂ ਪੀਂਦਾ, ਮੇਰੇ ਨਾਲ ਦੇ ਪਿੰਡ ਦਾ ਬੰਦਾ ਸੀ ਤੇ ਉਹ ਮੇਰੇ ਚਾਚੂ ਦਾ ਵੀ ਯਾਰ ਸੀ। ਤੇ ਉਹਨੂੰ ਭਾਜੀ ਮੈਂ ਨਾ ਸਿਰਗਟਾਂ ਦਾ ਡੰਡਾ ਦੇ ਛੱਡਿਆ। ਗੋਲਡੀ ਦੇ ਸਿਰਗਟ ਹਨ, ਵਾਹਮ ਤੁਹਾਨੂੰ ਪਤਾ ਫਿਰ ਬਾਹਰ ਦੇ ਮੁਲਕ ਹੋਵੇ ਵੀ ਆਉਂਦੀ ਜਗ੍ਹਾ ਤੇ ਸਿਰਗਟਾਂ ਨੂੰ ਤਰਸਦੀ ਹੈ। ਉਹ ਫਿਰ ਇੱਕ ਨੂੰ ਪਤਾ ਲੱਗਾ ਵੀ ਇਹਦੇ ਹਰ ਬੰਦੇ ਦੇ ਬਸਤੇ 'ਚੋਂ ਨਾ ਇੱਕ ਸਰਪ੍ਰਾਈਜ਼ ਹੀ ਨਿਕਲਦਾ ਸੀ। ਤੇ ਕਹਿੰਦਾ ਕੋਈ ਆਖੇ ਮੇਰੇ 'ਚ ਮਸ਼ੀਨ ਨਿਕਲੀ ਹੈ, ਕੋਈ ਆਖੇ ਪਾਵਰ ਬੈਂਕ ਨਿਕਲਿਆ, ਕਿਸੇ 'ਚ ਆਈਫੋਨ ਨਿਕਲੇ, ਸਹੀ ਹੈ। ਇੰਝ ਮੁਖਤਲਿਫ ਚੀਜ਼ਾਂ ਨਿਕਲਣ ਤੇ ਮੇਰੇ 'ਚ ਭਾਜੀ ਸਿਰਗਟ ਦਾ ਡੰਡਾ ਨਿਕਲਿਆ। ਫਿਰ ਬੰਦੇ ਮੇਰੇ ਕੋਲ ਆਉਣ, 20 ਦਿਨਾਰ ਲੈ ਲੈ, 50 ਦਿਨਾਰ ਲੈ ਲੈ, ਡਾਲਰ ਲੈ ਲੈ, ਸਾਨੂੰ ਸਿਰਗਟਾਂ ਦੀ ਇੱਕ ਡੱਬੀ ਦੇ ਛੱਡ। ਤੇ ਮੈਂ ਤਾਂ ਕਿਸੇ ਕੋਲ 1 ਰੁਪਈਆ ਵੀ ਨਾ ਲਿਆ ਤੇ ਉਂਝ ਉਹਨਾਂ ਨੂੰ ਸਿਗਰਟ ਦਿੱਤੇ। ਤੇ ਫਿਰ ਮੈਂ ਕਿਹਾ ਉਹਦੇ ਕੋਲ ਲੈਣੇ ਲੈ ਲਓ।
ਤੇ ਉਹਨੇ ਵੀ ਥੋੜ੍ਹੇ ਜਿਹੇ ਸਿਰ ਕੱਢ ਦਿੱਤੇ। ਫਿਰ ਬਾਅਦ 'ਚੋਂ ਹੁਣ 2 ਦਿਨਾਂ ਬਾਅਦ ਉਹ ਫਿਰ ਪਤਾ ਨਹੀਂ ਅੱਲਾ ਜਾਣੇ ਉਹਦੇ ਸਿਰ ਕਿਸੇ ਕੱਢ ਲਏ ਜਾਂ ਉਂਝ ਹੀ ਫਿਰ ਸਾਰਿਆਂ ਨੂੰ ਕੱਢੇ ਗਾਲਾਂ, ਕਿੰਨੇ ਸਿਰ ਕੱਢੇ ਨੇ, ਫਲਾਣਾ ਢੀਂਗਾ, ਪਤਾ ਨਹੀਂ ਅੱਲਾ ਜਾਣੇ ਕੀ ਹੋਇਆ। ਮੈਂ ਕਿਹਾ ਪੀਣੇ ਹਨ ਉੱਥੇ ਭਾਜੀ। 15 ਦਿਨ ਉਹਨਾਂ ਸਾਨੂੰ ਸਹੀ ਰੱਖਿਆ। 15 ਦਿਨਾਂ ਤੋਂ ਬਾਅਦ ਭਾਜੀ ਜਿਵੇਂ ਆਂਦੇ ਨੇ ਨਾ ਅੱਖਾਂ ਕੋ ਫੇਰ ਲੈਂਦਾ, ਉਂਝ ਭਾਜੀ ਉਹਨੇ ਅੱਖਾਂ ਫੇਰ ਲਈਆਂ। 15 ਦਿਨ ਏਜੰਟਾਂ ਉਹਨਾਂ ਦੀ ਮੀਟਿੰਗ ਚੱਲਦੀ ਰਹੀ ਹੈ, ਰੇਟ ਨਹੀਂ ਬਣਿਆ। ਫਿਰ ਉਹਨਾਂ ਜੀ ਭਾਜੀ ਸਾਨੂੰ ਮਜ਼ਰੇ 'ਤੇ ਲੈ ਜਾਂਦੇ ਹਨ। ਸਹੀ ਹੈ 30 ਬੰਦੇ 110 ਬੰਦਾ ਸੀ ਅਤੇ 30 ਬੰਦੇ ਇੱਕ ਦਿਨ ਖੜ੍ਹਦੇ ਹਨ। ਸਹੀ ਹੈ ਅਤੇ ਅੱਧੇ ਬੰਦੇ ਤਾਂ ਕੋਈ ਦਿਲ ਦਾ ਮਰੀਜ਼ ਬਣ ਗਿਆ ਅਤੇ ਜਿਹੜੇ ਸ਼ਬਾਨ ਹਨ ਉਹ ਵਡੇਰਿਆਂ ਨੂੰ ਆਉਂਦੇ ਨੇ ਅਤੇ ਉਹਨਾਂ ਨੂੰ ਵਡੇਰਿਆਂ ਨੂੰ ਅਤੇ ਮਰੀਜ਼ਾਂ ਨੂੰ ਨਹੀਂ ਹਨ ਖੜ੍ਹਦੇ। ਸਹੀ ਹੈ ਅਤੇ ਫਿਰ ਉਹਨੇ ਸਾਨੂੰ ਗਾੜੀ ਦੇ ਕੰਮ 'ਤੇ ਲੈ ਜਾਣਾ ਹੁੰਦਾ ਅਤੇ ਕੰਮ 'ਤੇ ਇੱਕ ਮੇਰੇ ਨਾਲ ਜਿਹੜਾ ਮੁੰਡਾ ਸੀ ਨਾ ਸਲੀਮ, ਉਹ ਆਖੇ ਜੀ ਮੈਂ ਪਹਿਲਾਂ ਵੀ ਕੰਮ ਕੀਤਾ ਵੀ ਆਪਣੇ ਜ਼ਿਲ੍ਹੇ ਸ਼ੇਖੂਪੁਰੇ 'ਚ ਜੱਟਾਂ ਦੇ ਨਾਲ। ਮੈਂ ਪਹਿਲਾਂ ਵੀ ਕੰਮ ਕੀਤੇ ਆ। ਮੈਂ ਤਾਂ ਇੰਝ ਖੇਲਾਂ ਪੁੱਟ ਛੱਡਣਾ ਅਤੇ ਇੰਝ ਨੱਕੇ ਬੰਨ ਛੱਡਣਾ ਅਤੇ ਇੰਝ ਕਰ ਛੱਡਣਾ ਅਤੇ ਉਂਝ ਕਰ ਛੱਡਣਾ। ਪਹਿਲੇ ਦਿਨ ਗਿਆ ਹੈ ਨਾ ਜਦੋਂ ਉੱਥੇ ਉਹਨਾਂ ਭਾਈ ਗੰਢਿਆਂ ਦੇ ਵਿੱਚ ਵਾੜ ਰਿਹਾ। ਤੁਹਾਨੂੰ ਪਤਾ ਫਿਰ ਰੇਗਿਸਤਾਨ ਨੇ ਸਾਰਾ ਗੰਢੇ ਉਹਨਾਂ ਲਾਏ ਅਤੇ ਤੁਨਕਾ ਪਾਣੀ ਡਿੱਗੇ ਜਿਹੜੀ ਪਿਆਈ ਕਰਦੇ ਨੇ ਅਤੇ ਰੇਤ ਉੱਡ ਕੇ ਅੱਖਾਂ 'ਚ ਪਵੇ। ਸੰਗ ਲੈ ਬਈ ਅੱਗੇ ਉਹਦੇ ਜਨਮ ਦਾ ਬੂਹਾ ਹੀ ਜਾਂ ਉਹ ਜਨਮ ਦੇ ਵਿੱਚ ਵਾੜ ਲਈ ਹੈ ਗੱਡੀ। ਇਹਨੇ ਪਹਿਲੀ ਵਾਰੀ ਇੰਝ ਦਾ ਮੰਜ਼ਰ ਵੇਖਿਆ ਅਤੇ ਉੱਥੇ ਜਾ ਕੇ ਜਦੋਂ ਇਹਨੂੰ ਬਾਇਆ ਨਾ ਖੇਲ ਦੇ ਵਿੱਚ ਬਹੋ ਅਤੇ ਉਹ ਉੱਥੇ ਜਾ ਕੇ ਉੱਠਣਾ ਜੇ ਅਤੇ ਉੱਤੇ AK-47 ਹੈ ਅਤੇ ਅੱਗੇ ਗੰਢੇ ਨੇ ਦੇ ਵਿੱਚੋਂ ਨੜੂ ਪੁੱਟਣਾ ਵੇ। ਮੈਂ ਲੈ ਵੀ ਜੱਟਾ ਫਸ ਗਈ ਹਾਂ। ਉੱਥੇ ਆਪਣਾ ਕੰਮ ਛੱਡ ਕੇ ਆਏ ਜ਼ਿਮੀਆਂ ਦਾ ਅਤੇ ਇੱਥੇ ਫਿਰ ਇਹ ਹੀ ਕਰਨਾ ਪੈਂਦੇ ਪਿਆ ਬਿਨਾਂ ਪੈਸਿਆਂ ਤੋਂ, ਅਤੇ ਉਹ ਵੀ ਇੰਨੇ ਪੰਡਾਂ ਮੂੰਹ ਪੈਸੇ ਦੇ ਕੇ। ਅਤੇ ਮੈਂ ਚਲੋ ਕੋਈ ਗੱਲ ਨਹੀਂ, ਕੀ ਕਰ ਸਕਦੇ ਹੁਣ, ਕਰਨਾ ਹੀ ਪੈਣਾ। ਬਸ ਜੀ ਕੀਤਾ NGO ਨੇ ਸਾਨੂੰ ਮਹੀਨਾ ਕੁ ਲਵਾਇਆ ਅਤੇ ਉੱਥੇ ਸੁਡਾਨੀ ਸਾਨੂੰ ਬੜੇ ਚੰਗੇ ਬੰਦੇ ਹਨ ਯਾਰ। ਉੱਥੇ ਅਸੀਂ ਮਿਰਚਾਂ, ਆਲੂ ਅਤੇ ਸਟ੍ਰਾਬਰੀ ਇਹ ਖਾਣੀ ਕਰਨੀ। ਹੌਲੀ ਹੌਲੀ ਨਾ ਅਸੀਂ ਜਿਵੇਂ ਆਂਦੇ ਨੇ ਬੰਦਾ ਸੈੱਟ ਹੋ ਗਿਆ, ਉੱਥੇ ਸੈੱਟ ਹੋ ਗਿਆ ਜੀ। ਕੰਮ ਤੋਂ ਜਾਣਾ ਅਤੇ ਖਾਣੇ ਵਾਸਤੇ ਉੱਥੋਂ ਲੈ ਆਉਣਾ ਚੋਰੀ ਕਰਕੇ। ਉਹਨਾਂ ਦਾ ਚੋਰੀ ਕੀ ਕਰਨਾ, ਬਸ ਖਾਣੇ ਵਾਸਤੇ ਲਿਆਉਣਾ। ਸੁਡਾਨੀ ਮੈਂ ਲੈ ਲਓ ਸਿਰਫ ਮਸਰੀ ਦੇ ਸਾਹਮਣੇ ਨਾ ਚੋਰੀ ਕਰਿਆ ਕਰੋ ਵੀ ਖਾਣੇ ਵਾਸਤੇ। ਅਤੇ ਰੋਜ਼ ਆਪੀ ਕੰਮ ਕਰੀਦਾ ਸੀ ਉੱਥੇ, ਹੋਰ ਦਿੰਦੇ ਕੀ ਹਨ, ਇੰਨਾ ਕੰਮ ਕਰ ਆਉਂਦੇ ਹਨ। ਬੂਟੇ ਲਵਾਉਣੇ ਉਹਨੇ ਭਾਜੀ, ਬਾਗ ਸ਼ੁਰੂ ਕਰ ਲਿਆ ਉੱਥੇ ਨੇ। ਉਹ ਜਰਨਲ ਕਰਨਲ ਪਤਾ ਨਹੀਂ ਕਿਹੜਾ ਸੀ, ਉਹਨੇ ਆਪਣਾ ਭਾਜੀ ਬਾਗ ਸ਼ੁਰੂ ਕਰ ਲਿਆ। ਉਹਨੇ ਆਖਿਆ 10-20 ਕਿੱਲੇ ਤਾਂ ਅੱਗੇ ਲੱਗੇ ਨੇ, ਕੋਈ 4-5 ਬੰਦੇ ਰੱਖੇ ਨੇ ਸੁਡਾਨੀ। ਉਹਨੇ ਨਵਾਂ ਬਾਗ ਸ਼ੁਰੂ ਕਰ ਲਿਆ। ਬੂਟੇ ਉਹਨੇ ਕੋਲ ਮੰਗਾ ਲਏ ਵਾਵਾ ਬੜੇ ਨਾ, ਕੋਈ ਹਜ਼ਾਰਾਂ ਦੇ ਹਿਸਾਬ ਦੇ ਬੂਟੇ। ਉਹਨੇ ਆਖਿਆ ਮੁਫਤ ਦੇ ਮਜ਼ਦੂਰ ਲੱਭੇ ਨੇ। ਉੱਥੇ ਭਾਜੀ ਉਹਨੇ ਬੂਟੇ ਛੋਟੇ ਲਵਾਉਣੇ ਕਰਨੇ। ਇੱਕ ਬੰਦੇ ਨੇ ਟਰੈਕਟਰ 'ਤੇ ਬਾਣਾ ਉਹਨੇ ਟੋਏ ਕੱਢਣੇ, ਦੂਸਰਿਆਂ ਨੇ ਭਾਜੀ ਬੂਟੇ ਸੱਟਣੇ, ਊਂਠ ਦੀਆਂ ਬਿੱਟਾਂ ਸੱਟਣੀਆਂ ਵਿੱਚ, ਦੂਸਰਿਆਂ ਨੂੰ ਛਾਪੜ ਲਾ ਕੇ ਬੂਟੇ ਸੱਟਣੇ। ਇੱਕ ਨੇ ਮਗਰੋਂ ਪਾਣੀ ਦੇਣਾ, ਦੂਸਰਿਆਂ ਨੇ ਗਮਲੇ ਬਣਾਉਣੇ। ਇੰਝ ਭਾਜੀ ਦਸਤੀ ਕੰਮ ਕਰਾਉਣੇ ਕਰਨੇ ਉਹਨੇ। ਫਿਰ ਅੰਗੂਰ ਉਹਨੇ ਦਵਾਣੇ ਲਾ ਲਏ, ਅੰਗੂਰਾਂ ਦੇ ਛਾਪੜ ਉਹਨੇ ਪੂਰਾ ਸੈਟਅਪ ਬਣਾ ਲਿਆ। ਅਤੇ ਅਸੀਂ ਵੀ ਸੈੱਟ ਹੋ ਗਏ ਉੱਥੇ। ਖਜੂਰਾਂ ਦੇ ਡੋਟੇ ਛੋਟੇ ਲਾ ਕੇ ਖਾਣੇ ਕਰਨੇ, ਉਹਦੇ ਸਟ੍ਰਾਬਰੀ, ਆਲੂ ਸ਼ਾਲੂ ਲਿਆਉਣੇ ਕਰਨੇ। ਫਿਰ ਹੌਲੀ ਹੌਲੀ ਉਸੇ ਸਿਲੰਡਰ ਮੰਗਾ ਲਏ, ਉਸੇ ਜਗ੍ਹਾ 'ਤੇ ਨਾ ਪੈਸੇ ਪਾ ਕੇ ਸਿਲੰਡਰ ਮੰਗਾ ਲਏ, ਗੈਸ ਅਤੇ ਆਪਣੀ ਰੋਟੀ ਬਣਾਉਣੀ 7-8 ਬੰਦੇ। ਅਤੇ ਬਸ ਜੀ ਸਹੀ ਹੈ, ਏਜੰਟਾਂ ਨਾਲ ਗੱਲ ਹੋਣੀ ਬਸ ਸਹੀ ਹੈ। ਅਤੇ ਉਹ ਅਗਲੇ ਹੁਣ ਥੋੜ੍ਹੇ ਦਿਨਾਂ ਤੱਕ ਛੁੱਟਣ ਵਾਲੀਆਂ ਹੋ ਗਈ ਗੱਲ, ਅੱਜ ਹੋ ਗਈ ਕੱਲ੍ਹ ਹੋ ਗਈ। ਬਕਾਲੇ ਦਾ ਸਿਸਟਮ ਸੀ, ਫੌਜੀ ਨਾਲ ਜਾਂਦਾ ਸੀ, 10-15 ਬੰਦੇ ਕਰਕੇ ਨਾ ਦੁਕਾਨ 'ਤੇ ਖੜਦਾ ਸੀ। ਅਤੇ ਉਹ ਬੜਾ ਅੱਛਾ ਬੰਦਾ ਸੀ। ਇੱਕ ਉਹ 2 ਬੰਦੇ 2 ਸਾਲਾਂ 'ਚ ਅੱਛੇ ਲੱਭੇ ਨੇ। ਅਤੇ ਇੰਝ ਹੀ ਉੱਥੇ ਭਾਈ ਜੀ ਦਿਨ ਗੁਜ਼ਰਦੇ ਗਏ। ਫਿਰ ਸਾਨੂੰ ਅਗਲੇ ਜੇਲ੍ਹ 'ਚ ਲੈ ਕੇ ਗਏ ਅਤੇ ਉਹ ਕਹਿੰਦਾ ਵੀ ਇੱਥੋਂ ਬਾਅਦ ਜਦੋਂ ਤੁਹਾਨੂੰ ਬੰਦੇ ਲੱਭਣੇ ਨੇ ਲਿਬੀ, ਉਹਨਾਂ ਤੁਹਾਡੇ ਕੋਲ ਫੋਨ ਵੀ ਖੋਣੇ ਨੇ, ਪੈਸੇ ਵੀ ਖੋਣੇ ਨੇ, ਅਤੇ ਆਪਣੇ ਫੋਨ ਪੈਸੇ ਲਿਖਾ ਕੇ ਰੱਖਿਓ। ਅਤੇ ਉਹਨੇ ਇੱਕ ਗੱਲ ਕੀਤੀ ਸੀ, ਕਹਿੰਦਾ ਸੀ ਇਹ ਮੇਰੀ ਵਰਦੀ ਸਹੀ ਹੈ, ਇਹ ਮੇਰੇ ਬੂਟ, ਇਹ ਮੇਰੇ ਦਿਨਾਰ, ਇਹ ਮੇਰਾ ਆਈਫੋਨ ਇੱਥੇ ਰਹਿ ਜਾਣ ਜਦੋਂ ਮੈਂ ਮਰਨਾ ਨਾ। ਅਤੇ ਅੱਲਾ ਨੇ ਮੇਰੇ ਕੋਲ ਇਹ ਪੁੱਛਣਾ ਵੀ ਤੂੰ ਦੁਨੀਆ 'ਤੇ ਗਿਆ ਹੈ, ਮੇਰੇ ਜਿਹੜੀ ਵੀ ਮੇਰੇ ਜਿਹੜੇ ਬੰਦੇ ਹਨ ਉਹਨਾਂ ਨਾਲ ਤੂੰ ਕਹਿੰਦਾ ਸਲੂਕ ਰੱਖਿਆ ਸੀ, ਅਤੇ ਅੱਲਾ ਨੇ ਇਹ ਚੀਜ਼ਾਂ ਪੁੱਛਣੀਆਂ ਨੇ ਅਤੇ ਤੁਸੀਂ ਆਪਣਾ ਖਿਆਲ ਰੱਖਿਓ। ਉਹਨੇ ਮੈਂ ਸਾਨੂੰ ਬੜਾ ਨਾ ਅਗਲੇ ਜੇਲ੍ਹ ਤੱਕ ਸਹੀ ਹੈ ਦੀ ਗੱਲਾਂ ਦੱਸੀਆਂ। ਸਹੀ ਹੈ ਇੰਝ ਦੇ ਸਾਰੇ ਬੰਦੇ ਲੱਭਣੇ ਨੇ, ਏਜੰਟਾਂ ਨਾਲ ਗੱਲ ਹੁੰਦੀ ਹੈ, ਇੰਝ ਹੀ ਖਾਣ ਪੀਣ ਹੋਣਾ। ਬੜਾ ਲੱਗੇ ਗਏ ਅਤੇ ਉਹਨੇ ਭਾਜੀ ਲੰਮਾ ਪੈਪ ਖੜਿਆ ਅਤੇ ਐਵੇਂ ਹੀ ਆਵਾਮ ਨੂੰ ਪਿਆ ਕੁੱਟੇ। ਇਹ ਤੈਨੂੰ ਕੁੱਟਦਾ ਅਤੇ ਕਦੀ ਉੱਤਲ ਜਾਏ, ਉਹ ਕੁੱਟਦਾ
ਸਾਡੇ ਨਾਲ ਇੱਕ ਬੰਦਾ ਡਾਕਟਰ ਗੁਜਰਾਤ ਦਾ, ਉਹਦੀ ਨਾ ਪਿਛਲੇ ਕੈਂਪ 'ਚ ਬੜੀ ਇੱਜ਼ਤ ਸੀ ਅਤੇ ਡਾਕਟਰ ਸੀ। ਕਿਸੇ ਬੰਦੇ ਨੇ ਬਿਮਾਰ ਸ਼ਮਾਰ ਹੋਣਾ ਅਤੇ ਲੀਬੀ ਵੀ ਪੜ੍ਹੇ ਲਿਖੇ ਕੋਈ ਨਹੀਂ ਹੁੰਦੀ, ਉਹਨਾਂ ਨੂੰ ਗਿਣਤੀ ਵੀ ਨਹੀਂ ਹੁੰਦੀ, ਅਤੇ ਉਹਨੇ ਦਵਾਈ ਸ਼ਵਾਈ ਦੇ ਛੱਡਣੀ ਕਰਨੀ, ਦਵਾਈਆਂ ਰੱਖਣੀਆਂ ਕਰਨੀਆਂ, ਪੈਸੇ ਮੰਗਾ ਕੇ ਦੇਣੇ ਕਰਨੇ। ਅਗਲੇ ਕੈਂਪ 'ਚ ਗਿਆ ਅਤੇ ਅਗਲਾ ਕੋਈ ਉਹਨੂੰ ਦੱਸੇ ਬਈ ਮੈਂ ਡਾਕਟਰ ਡਾਕਟਰੀ ਦਾ ਕੋਈ ਗਲਤ ਲਫ਼ਜ਼, ਭੈੜਾ ਹੀ ਲਫ਼ਜ਼ ਮੈਨੂੰ ਤਾਂ ਬਸ ਨਬੀ ਪਾਕ ਦੀ ਵਜ੍ਹਾ ਤੋਂ ਮੈਂ ਕਸਮ ਅੱਲਾ ਦੀ ਰੱਬੀਆਂ ਦੀ ਥੋੜ੍ਹੀ ਕੋਈ ਇੱਜ਼ਤ ਕਰਨਾ, ਅਤੇ ਨਹੀਂ ਕੋਈ ਕਤਲ ਮਾਫ ਹੋਏ ਨਾ, ਮੈਂ ਤਾਂ ਇਹਨਾਂ ਦੇ ਕਤਲ ਕਰ ਛੱਡਾਂ, ਸਾਰਿਆਂ ਰੱਬੀਆਂ ਦੀ ਕਤਲ ਕਰ ਛੱਡਾਂ। ਐਡੇ ਕੁ ਮੈਨੂੰ ਨਫ਼ਰਤ ਇਹਨਾਂ ਤੋਂ, ਸਿਰਫ ਆਪਣੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਵਜ੍ਹਾ ਤੋਂ ਮੈਂ ਇੱਜ਼ਤ ਕਰਨਾ ਇਹਨਾਂ ਦੀ। ਸਹੀ ਹੈ। ਅਤੇ ਉਹਨੇ ਭਾਅ ਜੀ ਡਾਕਟਰ ਨੂੰ ਕੁੱਟ ਸੱਟਿਆ। ਸਹੀ ਹੈ, ਪੈਪਾਂ ਦੇ ਨਾਲ। ਅਸਾਂ ਫਿਰ ਲੈ ਵੀ ਉੱਥੇ ਬਾਥਰੂਮ ਬੰਦ ਹੋਏ, ਪਿਸ਼ਾਬ ਖਲੋਤੇ ਆ, ਅਤੇ ਡਾਕਟਰ ਨੇ ਅੱਗੇ ਲੱਗਾ, ਫਿਰ ਸਾਰਿਆਂ ਸਫਾਈ ਕੀਤੀ। ਸਹੀ ਹੈ। ਅਤੇ ਉੱਥੇ ਰਹੇ ਕੋਈ 15 ਕੁ ਦਿਨ, ਤੋਬਾ ਉੱਥੇ ਜਦੋਂ ਬਾਹਰ ਰਹੇ ਨਾ, ਹਾਂ ਇੱਕ ਹੋਰ ਗੱਲ ਹੈ, ਜਦੋਂ ਉੱਥੇ ਬਾਹਰ ਰਹੇ ਨਾ ਅਤੇ ਉੱਥੇ ਬੰਦੇ ਜਿਹੜੇ ਅੰਦਰੋਂ ਬਾਹਰ ਨਿਕਲੇ, ਧੁੱਪ 1 ਘੰਟੇ ਵਾਸਤੇ ਬਾਹਰ ਕੱਢਦੇ ਹਨ ਬੰਦੇ ਨੂੰ, ਉੱਥੇ ਭਾਅ ਜੀ ਇੱਕ ਅੱਡੀ ਬੰਦਿਆਂ ਦੀ ਗਿਣ ਕਰਦੀ, ਜਿਹੜੇ ਅੰਦਰ ਬੰਦੇ ਹਨ ਉਹ ਛਾਕੇ ਦੇ ਪੁਆਇੰਟ 'ਤੇ ਰਹਿ ਕੇ ਆਏ ਹਨ। ਇੱਕ ਉਹਨਾਂ ਦੀ ਅੱਡੀ ਗਿਣ ਕਰਦੀ, ਉਹਨਾਂ ਦੀ ਹਾਲਤ ਵੇਖ ਕੇ ਅਤੇ ਤੋਬਾ ਹੀ ਕਰੋ। ਉਹ ਆਉਂਦਾ ਜੀ ਤੂੰ ਅਸਾਂ ਜੇ ਇੱਥੇ ਰਹਿਣਾ, ਜ਼ਿਆਦਾ ਦਿਨ ਰਹਿਣਾ, ਜੇ ਨਹੀਂ ਜੇ ਰਹਿਣਾ ਤਾਂ ਫਿਰ 100 ਦਿਨਾਰ ਦਿਓ, ਜਿਹੜਾ 100 ਦਿਨਾਰ ਦੇਦਾ ਉਹ ਇੱਥੋਂ ਅੱਗੇ ਜਾਏਗਾ। ਉਹ ਭਾਈ ਜਿੰਨੇ ਜਿੱਥੋਂ ਬੂਟਾਂ ਦੇ ਵਿੱਚੋਂ, ਬੈਗਾਂ ਦੇ ਵਿੱਚੋਂ, ਚਣਿਆਂ ਦੇ ਵਿੱਚੋਂ, ਜਿੱਥੇ ਜਿੱਥੇ ਪੈਸਿਆਂ ਨੂੰ ਭਾਈ ਉਹਨੂੰ ਪੈਸੇ ਦਿੱਤੇ। ਬੜਾ ਕੋਈ ਨਾ ਖੋਤਾ ਘੋੜਾ ਅੰਦਰ ਇੱਕ ਹੀ ਹੈ, ਅਤੇ ਪੈਸੇ ਦੇ ਕਹਿੰਦੇ ਟੁੱਟ ਗਏ। ਅਤੇ ਅੱਲਾ ਬੰਦਿਆਂ ਦਾ ਭਲਾ ਕਰੇ। ਉੱਥੇ ਸਾਨੂੰ ਰੋਟੀ ਭਾਈ ਦਵਾਉਂਦਾ ਰਿਹਾ, ਸਾਰੇ ਬੰਦਿਆਂ ਦੀ ਰੋਟੀ ਲੈ ਕੇ ਆਉਂਦਾ ਸੀ, ਅਤੇ ਰੋਟੀ ਸ਼ੋਟੀ ਖਾਣੀ ਉੱਥੇ। ਅਤੇ ਉੱਥੋਂ ਫਿਰ ਅਗਲੀ ਸੇਫ 'ਚ ਗਏ, ਫਿਰ ਗੇਮ 'ਚ ਪਏ, ਫਿਰ ਫੌਜ ਪੈ ਗਈ, ਫਿਰ ਜੇਲ੍ਹਾਂ 'ਚ ਗਏ, ਫਿਰ ਪੈਸੇ ਦੇ ਕੇ ਆਏ। ਫਿਰ ਜਿਹੜਾ ਭਰਾ ਸੀ ਉੱਥੇ ਏਜੰਟ ਦਾ, ਉਹ ਨਾ ਆਪਣਾ ਫੋਨ ਚੁੱਕੇ ਕੁੜੀ ਜਾਵੇਦਾ ਸੀ, ਉੱਥੇ ਫਸੇ ਜੇਲ੍ਹਾਂ ਦੇ ਵਿੱਚ। ਤੀਸਰੀ ਗੇਮ ਹੀ ਨਾ ਜੇਲੋਂ ਕਢਾਏ, ਨਾ ਫੋਨ ਚੁੱਕੇ, ਅਤੇ ਪਿੰਡ ਉੱਥੇ ਵਿਆਹ ਰੱਖਿਆ ਅਤੇ ਬਾਲੀ ਜੱਟੀ ਮੰਗਾਈ ਹੈ। ਠੀਕ ਹੋ ਗਿਆ ਜਣਿੰਦਿਆ ਪੁੱਤਰਾ, ਬੰਦੇ ਉੱਥੇ ਮਰਦੇ ਨੇ ਪਏ ਅਤੇ ਪਿੰਡ ਬਾਲੀ ਜੱਟੀ ਸੁਣਦਾ ਪਿਆ, ਜਿਹੜਾ ਪੈਸਾ ਦਿੱਤਾ ਬਾਲੀ ਜੱਟੀ 'ਤੇ ਡਾ ਛੱਡਿਆ। ਠੀਕ ਹੈ ਜੀ। ਅਤੇ ਫਿਰ ਜੀ ਆਪਣੇ ਪੈਸੇ ਲਵਾ ਕੇ ਘਰੋਂ ਵੱਖਰੇ ਉੱਥੇ ਨਿਕਲੇ, ਬਾਹਰ ਨਿਕਲੇ, ਏਜੰਟ ਚੇਂਜ ਕੀਤਾ, ਫਿਰ ਗੇਮਾਂ ਲਾਈਆਂ, ਇਹ ਸੇਮ ਤਰਤੀਬਾਂ ਐਨ ਜੀ, ਭੁੱਖਾਂ ਅਤੇ ਇਹ ਤਕਲੀਫਾਂ ਰਹੀਆਂ। ਫਿਰ ਜੇਲ੍ਹਾਂ 'ਚ ਗਏ ਅਤੇ ਫਿਰ ਅੱਲਾ ਤੁਹਾਡਾ ਭਲਾ ਕਰੇ, ਰੈਸਟ ਕਰ ਲਓ ਥੋੜ੍ਹੀ ਕੁ। ਫਿਰ ਭਾਅ ਜੀ ਜੇਲ੍ਹਾਂ 'ਚ ਫੜ ਕੇ ਅਤੇ ਫਿਰ ਇੱਕ ਵੱਡਾ ਜੇਲ੍ਹ ਹੈ, ਬਿਨਗਾਜ਼ੀ ਦਾ ਜੇਲ੍ਹ ਹੈ। ਉਹ ਉੱਥੇ ਜੇਲ੍ਹ 'ਚ ਆਏ, ਫਿਰ ਪਤਾ ਲੱਗਾ ਜੀ ਉਹ ਫਲਾਣਾ ਪਿੰਡ ਦਾ ਬੰਦਾ ਵੀ ਉਹ ਫਲਾਣੀ ਬੈਰਕ 'ਚ ਉੱਥੇ ਭੱਜਣਾ। ਫਿਰ ਆਪਣੇ ਬੰਦਿਆਂ ਨੂੰ, ਯਾਰਾਂ ਨੂੰ ਮਿਲਣਾ। ਮੇਰਾ ਕਜ਼ਨ ਵੀ ਉਹਨਾਂ ਉੱਥੇ ਮੈਨੂੰ ਲੱਭ ਗਿਆ, ਮੈਂ ਪਹਿਲੀ ਵਾਰੀ ਦੂਰੋਂ ਵੇਖਿਆ। ਮੈਂ ਚੱਲ ਸੁਬਾਹ ਮਿਲਦੇ ਹਾਂ। ਅਤੇ ਉੱਥੇ ਭਾਅ ਜੀ ਕਾਲੇ ਜਿਹੜੇ ਬੰਦੇ ਨੇ ਨਾ, ਕਾਲੀਆਂ, ਉਹ ਬੜਾ ਹੀ ਪਾਕਿਸਤਾਨੀਆਂ ਦਾ ਕਰਦੀਆਂ ਨੇ, ਨਾਈਜੀਰੀਆ, ਸੁਡਾਨ ਵਾਲੀਆਂ, ਬੜਾ ਹੀ ਕਸਮ ਹੈ ਜਿਵੇਂ ਕਿਸੇ ਪ੍ਰਾਹੁਣੇ ਦਾ ਚਾਅ ਕਰੀਦਾ। ਉਹ ਲੀਬੀਆਂ ਨੂੰ ਪਰਾਤਾਂ ਮਾਰਨ ਨੂੰ ਇਹਨਾਂ ਨੂੰ ਰੋਟੀ ਦਿਓ, ਅਤੇ ਪਾਕਿਸਤਾਨ ਦੇ ਨਾਅਰੇ ਲਾਉਣ। ਉੱਥੇ ਪਤਾ ਨਹੀਂ ਕੀ ਹੈ ਪਾਕਿਸਤਾਨ, ਮੈਂ ਲੈ ਬਾਈ ਕਾਲਿਆਂ ਨੇ ਸਹੀ ਸਾਨੂੰ ਸਮਝੀਏ, ਅਸੀਂ ਵੀ ਉਹਨਾਂ ਦੀ ਇੱਜ਼ਤ ਕਰੀ ਦੀ ਹੀ। ਸਹੀ ਹੈ। ਅਤੇ ਉਹ ਕਸਮ ਫੌਜਾਂ ਲੈਣ ਲੜਨ ਨੇ ਜਿਵੇਂ ਸਵਾਬ ਦਾ ਕੰਮ ਹੈ। ਅਤੇ ਅਸਾਂ ਆਖਿਆ ਲੈ ਬਈ ਚੰਗੇ ਫਸੇ ਹੋ, ਇੱਥੇ ਨਵੀਂ ਲੜਾਈ ਪੈ ਗਈ, ਉੱਥੇ ਫੌਜਾਂ ਨਾਲ ਲੜ ਪੈਂਦੀਆਂ ਹਨ। ਅਤੇ ਉੱਥੇ ਭਾਅ ਜੀ ਮਿਲੇ ਗਿਲੇ, ਫਿਰ ਇਕੱਠੇ ਰਹੇ ਅਸੀਂ ਉੱਥੇ। ਪਾਸਪੋਰਟ ਉੱਥੇ ਸਾਨੂੰ ਲੱਭੇ, ਅਤੇ ਫਿਰ ਉੱਥੋਂ ਬੱਸਾਂ 50 ਦਿਨਾਰਾਂ 'ਚ ਨੇ ਪਹਿਲੀ ਵਾਰੀ ਉੱਥੋਂ ਸਾਨੂੰ ਏਜੰਟਾਂ ਨੇ ਛਿੰਟਾਇਆ। ਬਾਅਦ 'ਚ ਫਿਰ ਉੱਥੇ ਰੇਟ ਭਾਅ ਜੀ 3 ਲੱਖ ਰੁਪਈਆ ਰੇਟ ਹੋ ਗਿਆ ਬਾਅਦ 'ਚੋਂ। ਅਤੇ ਉੱਥੇ ਬੱਸਾਂ 'ਚ ਗਏ ਇੱਕ ਕਾਰ 'ਚ, ਅਤੇ ਅੰਦਰ ਗਏ, ਉੱਥੇ ਵੀ ਭਾਅ ਜੀ ਬੰਦਾ ਫੁੱਲ ਪਰਚਿਆ, ਅਤੇ ਕਸਮ ਅੱਲਾ ਦੀ ਖਲੋਤਿਆਂ ਚੱਕਰ ਹੁੰਦੇ ਹਨ। ਸਹੀ ਹੈ। ਮੈਂ ਜਿਹੜਾ ਤੁਹਾਨੂੰ ਦੱਸਿਆ ਨਾ, ਅਸੀਂ ਪਹਿਲਾਂ ਉੱਥੇ ਕੰਮ ਕਰਦੇ ਹਾਂ, ਰੋਜ਼ ਨਹਾਉਣਾ, ਉੱਥੇ ਕੰਮ ਕਰਨਾ। ਅਸੀਂ ਤਾਂ ਸਹੀ ਮਾਹੌਲ 'ਚ ਰਹੇ। ਜਿਹੜਾ ਮੇਰਾ ਕਜ਼ਨ ਸੀ ਨਾ, ਉਹ ਛਾਕੇ ਦੇ ਪੁਆਇੰਟ 'ਤੇ ਟੁੱਟ ਗਿਆ ਸੀ। ਉਹ ਮੇਰੇ ਨਾਲੋਂ ਚੋਖੀ ਜ਼ਲਾਲਤ ਸੀ, ਅਤੇ ਉੱਥੇ
ਜੂਆਂ ਹੀ ਜੂਆਂ ਚੜ੍ਹੀਆਂ। ਅਤੇ ਉੱਥੇ ਫਿਰ ਭਾਈ ਅਸੀਂ ਇਕੱਠੇ ਰਹੇ ਸੇਵ ਦੇ ਵਿੱਚ। ਅਸੀਂ ਜਿਹੜੇ ਬੰਦੇ ਹਨ ਪੁਰਾਣੇ ਜਿਹੜੇ ਕੰਮ ਕਰਦੇ ਹਨ ਮਜ਼ਰੇ 'ਤੇ, ਉਹ ਭਾਈ ਜੀ ਸਾਫ ਸੁਥਰੇ ਹਨ ਅਤੇ ਕੱਪੜੇ ਗੰਦੇ ਮੰਦੇ ਹੈ ਹਨ, ਚਲੋ ਧੋਤੇ ਧਾਤੇ ਉੱਥੇ ਟੈਂਕਾਂ ਦੇ ਉੱਤੇ ਪਾਉਣੇ ਕੱਪੜੇ ਅਤੇ ਸਾਫ ਕੱਪੜੇ ਹਨ। ਸਾਬਣ ਤੋਂ ਦੱਸਿਆ ਬੁਖਾਲੇ ਧੋਣਾ ਜਾਣਾ, ਲੇਕਿਨ ਪੁਆਇੰਟ ਵਾਲੇ ਵਿਚਾਰੇ ਆ ਸੁਲਤਾਨੀ ਹਨ ਅਤੇ ਉਹਨਾਂ ਨੂੰ ਜੂਆਂ ਚੜ੍ਹੀਆਂ। ਸਹਿਲ ਲੈ ਬਈ ਅਤੇ ਉੱਥੇ ਫਿਰ ਸਾਨੂੰ ਵੀ ਜੂਆਂ ਚੜ੍ਹ ਗਈਆਂ। ਰਾਤੀ ਚੱਕ ਵੱਢਣ ਇੱਥੋਂ ਇੰਝ ਫੜ ਕੇ ਜੂੰ, ਇੰਝ ਫੜ ਲੈਣੀ ਜੂੰ, ਇੰਝ ਫੜ ਕੇ ਜੂੰ ਪਰਾਂ ਸੱਟ ਛੱਡਣੀ ਕਰਨੀ, ਕਿਤੇ ਨੱਕ ਨੂੰ ਜਾਣਾ ਕਿਤੇ ਵੜਦੇ, ਬਸ ਇੰਝ ਹੀ ਹੁੰਦਾ ਸੀ। ਇੰਝ ਜੂੰ ਫੜ ਲੈਣ, ਇੰਝ ਪਰਾਂ ਸੱਟ ਛੱਡਣੀ ਕਰਨੀ, ਇਕੱਠੀਆਂ ਜੂਆਂ ਫੜ ਲੈਣੀਆਂ ਕਰਨੀਆਂ। ਅਤੇ ਉੱਥੇ ਉਹ ਸੇਵ ਦੇ ਵਿੱਚ ਕਸਮ ਅੱਲਾ ਦੀ ਖਲੋਤੀਆਂ ਅੱਖਾਂ 'ਚ ਚੱਕਰ ਹੁੰਦੇ ਹਨ ਅਤੇ ਕੰਧਾਂ ਨੂੰ ਹੱਥ ਲਾ ਕੇ ਨਾ ਵਾਸ਼ਰੂਮ 'ਚ ਜਾਈਦਾ ਸੀ ਅਤੇ ਪੀਲਾ ਜ਼ਰਦ ਪਿਸ਼ਾਬ ਹੁੰਦਾ ਸੀ। ਉੱਥੋਂ ਫਿਰ ਘਰਦਿਆਂ ਨੇ ਆਖਿਆ ਵੀ ਇੱਥੋਂ ਕਢਾਓ, ਅਸੀਂ ਤਾਂ ਇੱਥੇ ਮਰ ਜਾਂਦੇ। ਉਹ ਫਿਰ ਅੱਲਾ ਭਲਾ ਕਰੇ ਜੀ ਘਰਦਿਆਂ ਦਾ, ਉਹ ਬੰਦਾ ਕਿਸੇ ਨੂੰ ਨਹੀਂ ਕਢਾਉਂਦਾ ਉੱਥੋਂ। ਸਾਡਾ ਜਿਹੜਾ ਏਜੰਟ ਸੀ ਉਹ ਘਰਦਿਆਂ ਨੂੰ ਜਾ ਲੱਭਾ ਜਾ ਕੇ ਜਿੱਥੇ ਵਾਂਢੇ ਜਾ ਕੇ ਛੁਪੇ ਆ, ਅਸੀਂ ਪਿਛਲੇ ਅੰਦਰ ਫੜਿਆ ਉਹਨੂੰ ਕੱਢਿਆ ਅਤੇ ਉੱਥੋਂ ਅਸੀਂ ਨਿਕਲੇ। ਫਿਰ ਖੋਤੀ ਜਿੱਥੇ ਦੀ ਉੱਥੇ ਜਾ ਖਲੋਤੀ, ਜਿੱਥੇ ਪਹਿਲਾਂ ਹੁੰਦਾ ਸੀ ਨਾ ਵੀ ਮੇਰਾ ਭਰਾ ਵੇ ਅਤੇ ਬੈਠ ਗਏ, ਉਹ ਉਹਦੀ ਸੇਫ 'ਚ ਫਿਰ ਆ ਗਏ। ਉੱਥੋਂ ਫਿਰ ਮੈਂ ਬਹਿ ਕੇ ਦਵਾਂ ਸੋਚਿਆ ਬਈ ਹੁਣ ਕੀ ਕਰੀਏ, ਉਹ ਤਾਂ ਬੜਾ ਫਲਾਣਾ ਢੀਂਗਾ ਵੀ ਉਹਨੂੰ ਨਹੀਂ ਕਰਨਾ ਹੁਣ, ਅਤੇ ਹੋਰ ਬੰਦਾ ਕਰੀਏ। ਹੋਰ ਬੰਦਾ ਕੀਤਾ ਉਹ, ਚਲੋ ਬੰਦਾ ਅੱਛਾ, ਉਹਨੇ ਸਾਨੂੰ 4 ਦਿਨ ਬੜਾ ਖਵਾਇਆ ਪਿਆਇਆ। ਸਾਡੇ ਘਰਦਿਆਂ ਨੇ ਭਾਈ ਉਹਨੂੰ ਵੱਖਰੇ ਪੈਸੇ ਦਿੱਤੇ ਵੀ ਇਹਨਾਂ ਦੇ ਖਾਣੇ ਪੀਣੇ ਦਾ, ਜੱਲੂ ਆਏ ਨੇ ਮਾਰਾਂ ਖਾਧੀਆਂ ਨੇ, 0 ਪੁਆਇੰਟ ਤੋਂ ਆਏ ਨੇ, ਇਹਨਾਂ ਦਾ ਖਾਣੇ ਪੀਣੇ ਦਾ ਧਿਆਨ ਰੱਖਣੇ ਚੰਗਾ। ਉਹਨੇ ਵੀ ਵਾਕਈ ਸਾਨੂੰ ਚੰਗਾ ਖਵਾਇਆ ਅਤੇ ਸਾਡਾ ਇੱਕ ਯਾਰ ਬਣ ਗਿਆ ਅਹਿਮਦ ਚੱਠਾ ਉੱਥੇ, ਉਹਦੇ ਨਾਲ ਗੁੱਜਰ, ਬੜੇ ਮਜ਼ੇ ਆਏ ਉਹਨਾਂ ਨਾਲ, ਜ਼ੈਨ ਭੋਪਾਲ ਵਾਲੇ ਦਾ, ਅਤੇ ਬੜੇ ਮਜ਼ੇ ਆਏ ਚੌੜੀ ਸਾਹਿਬ। ਅਤੇ ਇਕੱਠੀ ਗੇਮ ਲਾਈ ਉੱਥੇ। ਫਿਰ ਅਸੀਂ ਟੁੱਟ ਗਏ ਅਜਦਾਬੀਆ, ਅਤੇ ਅਜਦਾਬੀਆ ਜਦੋਂ ਗਏ ਨਾ ਉੱਥੇ ਹਾਫਜ਼ ਹੀ ਅਜਦਾਬੀਆ ਦਾ, ਉਹਨੇ ਭਾਈ ਸਾਨੂੰ ਬਾਹਾਂ 'ਤੇ ਨਾ ਜੰਮਾਂ ਦੇ ਅਤੇ ਵੱਖਰੇ ਵੱਖਰੇ ਨਿਸ਼ਾਨ ਲਾਏ। ਅਤੇ ਅਸੀਂ ਆਖਿਆ ਵੀ ਮੈਂ ਅਤੇ ਮੇਰੇ ਕਜ਼ਨ ਨੇ ਇਕੱਠੀ ਪੇਮੈਂਟ ਦਿੱਤੀ, ਸਾਡੇ ਦੋਵਾਂ ਦੀ ਪੇਮੈਂਟ ਹੋ ਗਈ। ਅਸੀਂ ਬੜੇ ਖੁਸ਼ ਜਦੋਂ ਉਹਨਾਂ ਨੂੰ ਆਖਿਆ ਫਲਾਣੇ ਨਿਸ਼ਾਨ ਨਾਲ ਟਿੱਕ ਵਾਲੀ ਇੱਤਲ ਹੋ ਜਾਓ ਅਤੇ ਫਲਾਣੀ ਵਾਲੀ ਇੱਤਲ ਹੋ ਜਾਓ, ਤੁਸੀਂ ਜਾਣਾ ਹੈ ਤੁਸੀਂ ਨਹੀਂ ਜਾਣਾ, ਤੁਸੀਂ ਭਾਈ ਜੀ ਗਰੰਟੀ ਦਿਓ ਅਤੇ ਤੁਸੀਂ ਜਾਣਾ, ਚਲੋ ਜੀ ਤਿਆਰੀ ਕਰ ਲਓ। ਅਸੀਂ ਆਖਿਆ ਲੈ ਬਈ ਫੋਨ ਸ਼ੋਨ ਕੀਤੇ, ਉਹਨੇ ਆਖਿਆ ਫੋਨ ਦਿੱਤੇ, ਉਹਨੇ ਆਖਿਆ ਲਓ ਫੋਨ ਕਰ ਲਓ ਘਰਾਂ 'ਚ, ਅਤੇ ਫੋਨ ਦਿੱਤੇ। ਮੈਂ ਕਿਹਾ ਵੀ ਇਹ ਹਿਸਾਬ ਕਿਤਾਬ ਹੈ, ਰਾਤ ਦੇ 1 ਟਾਈਮ ਦਾ 2 ਤਾਂ ਪਾਕਿਸਤਾਨ ਦਾ ਟਾਈਮ ਸੀ। ਅਤੇ ਘਰ ਦੇ ਆਖਣ ਜੀ ਪੈਸੇ ਸਾਰੇ ਦਿੱਤੇ ਨਹੀਂ, ਹੁਣ ਹੀ ਪੁੱਛ ਲੈਂਦੇ ਹਾਂ, ਗਰੰਟਰ ਨੂੰ ਪੁੱਛ ਲੈਂਦੇ ਹਾਂ, ਏਜੰਟ ਨੂੰ ਪੁੱਛ ਲੈਂਦੇ ਹਾਂ। ਉਹ ਚਲੋ ਅਸੀਂ ਮਿਲੇ ਗਿਲੇ। ਫਿਰ ਮੈਂ ਚਲੋ ਅੱਲਾ ਹੈ ਰੱਖੇ ਬਈ ਤੈਨੂੰ ਅੱਲਾ ਹਰੀਏ ਦੇ ਨਾਲ ਬਚਾਏ। ਅਤੇ ਪਹਿਲਾਂ ਉਹਦਾ ਨੰਬਰ ਲੱਗ ਗਿਆ, ਉਹ ਪਹਿਲਾਂ ਟੁਰ ਗਿਆ। ਉੱਥੇ ਫਿਰ ਮਿਲੇ ਗਿਲੇ, ਉੱਥੇ ਫਿਰ ਰਹੇ। ਉੱਥੇ ਵੀ ਰਾਤੀ ਇੱਕ ਦਿਨ ਗੁੜੀ ਆਵੇ ਚੋਰ ਪੈ ਕੇ ਸਾਨੂੰ ਉਹ ਆਖਣ ਬੂਹਾ ਖੋਲ੍ਹੋ ਖੋਲ੍ਹੋ, ਆਉਣਾ ਤਾਂ ਮਸੂਲ ਅਸੀਂ ਬੂਹਾ ਕੋ ਨਾ ਖੋਲ੍ਹੀਏ। ਅਤੇ ਉਹ ਰਬੀ ਨੂੰ ਫੋਨ ਕੀਤਾ, ਚਲੋ ਰਬੀ ਜਿਹੜਾ ਨੂੰ ਆ ਗਿਆ ਅਤੇ ਬੂਹਾ ਸ਼ੂਹਾ ਖਾਂਦੇ ਰਹੇ। ਬਸ ਐਂ ਦੇ ਭਰਾਵਾ ਲਾਦ ਨੇ ਬਿਲਕੁਲ ਮਾਫੀਆ ਸਿਸਟਮ ਹੁੰਦਾ ਜੇ, ਗੁੰਡਾ ਸਟਾਈਲ ਹੁੰਦਾ ਜੇ, ਸਮਝ ਲਓ ਜਿੰਝ ਕਿਸੇ ਦਾ ਦਿਲ ਕਰਦਾ। ਮੈਂ ਨਾ ਸਾਡੇ ਜਿੱਦਾਂ ਵੀ ਲੱਗਦਾ ਕੋਈ ਤਰਸ ਵੀ, ਅਸੀਂ ਕਿਸੇ ਨਾਲ ਇੰਝ ਨਹੀਂ ਸੋਚ ਵੀ ਨਹੀਂ ਸਕਦੇ ਅਸੀਂ। ਸਹੀ ਹੈ ਕੋਈ ਬੰਦਾ ਸਾਡੇ ਕੋਲ ਮਜਬੂਰੀ ਹੋ ਕੇ ਆਵੇ ਸਹੀ ਹੈ। ਅਤੇ ਉੱਥੋਂ ਬਾਅਦ ਫਿਰ ਵਾਪਸ ਰੁੜ ਗਏ। ਉਹ ਲਹਿਰ ਰੱਖੇ 3 ਦਿਨਾਂ ਬਾਅਦ ਪੜ ਗਿਆ ਇਟਲੀ, ਅਤੇ ਮੈਂ ਉੱਥੇ ਗਰੰਟੀ 'ਚ ਰਹਿ ਗਿਆ। ਅਤੇ ਉਹ ਤਕਰੀਬਨ 8-9 ਮਹੀਨਿਆਂ 'ਚ ਪੜ ਗਿਆ ਅਤੇ ਮੈਨੂੰ 2 ਸਾਲ ਲੱਗ ਗਏ। ਫਿਰ ਮੈਂ ਇੰਝ ਰੀਸਾਈਕਲ ਹੁੰਦਾ, ਇੰਝ ਜੇਲ੍ਹਾਂ 'ਚ, ਇੰਝ ਟੈਕਸੀਆਂ 'ਚ, ਇੰਝ ਏਜੰਟ ਬਦਲਦਾ। ਫਿਰ ਘਰਦਿਆਂ ਨੇ ਆਖਿਆ ਪੁੱਤਰ ਵਾਪਸ ਆ ਜਾ, ਨਹੀਂ ਕੰਮ ਬਣਦਾ। ਅਤੇ ਮੇਰਾ ਇੱਕ ਵਾਰੀ ਦਿਲ ਕੀਤਾ ਵਾਪਸ ਜਾਣੇ 'ਤੇ ਨਾ ਸਾਡੇ ਨਾਲ ਦਾ ਪਿੰਡ ਦਾ ਸੀ ਚਾਚਾ ਮਾਲਕੀ, ਉਹਦੇ ਨਾਲ ਫਿਰ ਜੇਲੇ ਟੁਰ ਗਿਆ। ਅਤੇ ਉੱਥੋਂ ਗੇਮ ਬਿਨਗਾਜ਼ੀ, ਫਿਰ ਦੂਜੀ ਵਾਰੀ ਬਿਨਗਾਜ਼ੀ ਫੜੀ ਗਿਆ। ਅਤੇ ਚਾਚਾ ਮਾਲਕੀ ਉਹ ਵੀ ਅੱਗੇ ਜੇਲੇ। ਮੈਂ ਲੈ ਚਾਚਾ ਤੂੰ ਵੀ ਇੱਥੇ ਹੀ ਹੈ, ਕਹਿੰਦਾ ਪੁੱਤਰਾ ਮੈਂ ਵੀ ਇੱਥੇ ਹੀ ਹਾਂ। ਅਤੇ ਉੱਥੇ ਜੇਲੇ ਚਾਚੇ ਨੂੰ ਮਿਲੇ ਗਿਲੇ। ਮੈਂ ਲੈ ਚਲੋ ਕੋਈ ਨਹੀਂ, ਹੁਣ ਪਿੰਡ ਦਾ ਬੰਦਾ ਵੇ ਅਤੇ ਉਹਨੂੰ ਹੌਸਲਾ ਹੋ ਜਾਏਗਾ। ਚਾਚੇ ਮਾਲਕੀ ਨੇ ਭਾਈ ਜੀ ਉੱਥੇ ਫਿਰ ਗੱਲਾਂ ਬਾਤਾਂ ਕਰਨੀਆਂ। ਅਤੇ ਮੈਂ ਲੈ ਚਾਚਾ ਪਾਕਿਸਤਾਨ ਟੁਰ ਜਾਣਾ, ਇੰਨੀਆਂ ਗੇਮਾਂ ਲਾ ਛੜੀਆਂ ਨੇ, 1.5 ਸਾਲ ਹੋ ਗਿਆ ਅਤੇ ਪਾਕਿਸਤਾਨ ਟੁਰ ਜਾਣਾ। ਉਹਦਾ ਨਾਮ ਪੁੱਤਰਾ ਪਾਕਿਸਤਾਨ ਕੀ ਕਰਨੇ ਜਾ ਕੇ। ਅਤੇ ਕੋਈ ਨਹੀਂ ਅੱਲਾ ਹੈ ਰੱਖੇ। ਉਹ ਫਲਾਣਾ ਵੀ ਅੱਪੜ ਗਿਆ, ਫਲਾਣਾ ਵੀ ਅੱਪੜ ਗਿਆ, ਅੱਪੜ ਜਾਂਦੇ ਲੱਗ ਰਹੇ। ਅਤੇ ਮੈਂ ਚੱਲ ਸਹੀ ਹੈ ਚਾਚਾ, ਵਿੱਚ ਦਿਲ ਮੇਰਾ ਵੀ ਕੋਈ ਨਹੀਂ ਪਾਕਿਸਤਾਨ ਜਾਣੇ 'ਤੇ।
ਤੇ ਬਹਰਹਾਲ ਮਜਬੂਰੀ ਕੀ ਕਰੀਏ, ਗੇਮਾਂ ਨਹੀਂ ਲੱਗ ਰਹੀਆਂ, ਗੇਮਾਂ ਵੀ ਬੰਦ ਹੋ ਗਈਆਂ ਨੇ। ਗੇਮ ਵੀ ਚਰਨ ਡੁੱਬ ਗਈ ਸੀ, ਤੁਬਰਕ ਤੋਂ ਨਾ ਵੱਡੀ ਜਿਹੜੀ ਯੂਨਾਨ ਡੁੱਬੀ ਸੀ, ਗੇਮਾਂ ਵੀ ਬੰਦ ਹੋ ਗਈਆਂ, ਛਾਪੇ ਪੈਂਦੇ ਹਨ ਅਤੇ ਏਜੰਟ ਵੀ ਨੱਸੇ ਹਨ, ਫੋਨ ਵੀ ਬੰਦ ਹਨ, ਇਹ ਗੱਲਾਂ ਹਨ। ਮੈਂ ਚੱਲ ਬਈ ਨਹੀਂ ਜਾਂਦੇ। ਫਿਰ ਏਜੰਟ ਉੱਥੋਂ ਖੁਦ ਦੇ ਪੈਸੇ ਦੇ ਕੇ ਫਿਰ ਨਿਕਲੇ ਬਾਹਰ, ਅਤੇ ਜਿਹੜਾ ਬੰਦਾ ਸੀ ਜਿਹਨੂੰ ਪੈਸੇ ਦਿੱਤੇ ਹਨ ਉਹ ਜਾਂਦਾ ਸੀ ਮੈਂ ਗਰੰਟੀ ਦਿਓ, ਮੈਂ ਤੁਹਾਨੂੰ ਇੱਥੋਂ ਦੁਬਾਰਾ ਸਰਬੀਆ ਤਰਾਬਲਸ ਛੱਡ ਕੇ ਆਵਾਂਗਾ, ਉੱਥੋਂ ਗੇਮ ਵੀ ਕਰਾਵਾਂਗਾ। ਇਹ ਫਲਾਣਾ ਬੰਦਾ ਵੇਖੋ, ਫਲਾਣਾ ਅਰਬੀ, ਫਲਾਣਾ ਲਿਬੀ, ਫਲਾਣਾ ਪਾਕਿਸਤਾਨੀ, ਫਲਾਣਾ ਬੰਗਾਲੀ ਮੈਂ ਕਢਾਇਆ ਵੀ ਇੱਥੋਂ, ਮੈਂ ਹੀ ਛੱਡ ਕੇ ਆਇਆ ਵਾਂ। ਅਤੇ ਉਹਨੂੰ ਪੈਸੇ ਦਿੱਤੇ, ਉਹ ਬੰਦਾ ਅੱਛਾ ਸੀ, ਉਹਨੇ ਸਾਨੂੰ ਬਾਹਰ ਕਢਾਇਆ। ਅੱਗੋਂ ਫਿਰ ਏਜੰਟ ਜਿਹੜਾ ਚੇਂਜ ਕੀਤਾ ਅਤੇ ਉਹ ਏਜੰਟ ਪਾਕਿਸਤਾਨੀ ਟਿਕਟ ਜਿਹੜਾ ਪਾਕਿਸਤਾਨੀ ਬੰਦੇ ਵਾਪਸ ਘੱਲਦਾ ਸੀ ਉਹ ਵਾਲਾ ਏਜੰਟ ਕੀਤਾ। ਉਹਦੇ ਕੋਲ ਅੱਗੇ ਵੀ ਆਵਾਮ ਪਾਕਿਸਤਾਨ ਵਾਲੀ ਸੀ, ਥੋੜ੍ਹੀ ਜਗ੍ਹਾ ਵਾਲੀ ਸੀ, ਅਤੇ ਉਹਦੇ ਕੋਲ ਗਿਆ ਅਤੇ ਫਿਰ ਉੱਥੇ ਜਾ ਕੇ ਨਾ ਮੇਰਾ ਫਿਰ ਨਾ ਦਿਲ ਕੀਤਾ। ਮੈਂ ਨਹੀਂ ਯਾਰ ਪਾਕਿਸਤਾਨ ਨਹੀਂ ਜਾਣਾ, ਜਿਹੜੇ ਮਕਸਦ ਵਾਸਤੇ ਘਰੋਂ ਨਿਕਲਿਆ ਮਕਸਦ ਪੂਰੇ ਕਰਕੇ ਜਾਣਾ, ਅਤੇ ਜਾਂ ਆ ਰਹੇ ਜਾਂ ਪਾ ਰਹੇ। ਅਤੇ ਸ਼ੁਕਰੀਆ ਵਲੀਦ ਦਾ ਇੱਥੇ ਇਟਲੀ ਆ ਕੇ ਵੀ ਉਹਨੇ ਮਦਦ ਕੀਤੀ ਹੈ। ਅਤੇ ਉਹ ਫਿਰ ਹੋਰ ਤਰਾਬਲਸ ਟੁੱਟ ਗਿਆ, ਮੈਂ ਤੁਬਰਕ ਵੱਲ ਆ ਗਿਆ। ਫਿਰ ਉਸ ਬੰਦੇ ਦੇ ਥਰੂ ਮੈਂ ਇੱਥੇ ਆਇਆ, ਉਹਨੂੰ ਵੱਖਰੀ ਪੇਮੈਂਟ ਦਿੱਤੀ। ਅਤੇ ਉਸ ਬੰਦੇ ਦੀ ਵੀ ਗੱਲ ਚਲੋ ਖਾਣ ਪੀਣ ਅੱਛਾ ਸੀ। ਪਹਿਲਾਂ ਉਸ ਆਂਦਾ ਸੀ ਤੇਰੇ ਘਰਦਿਆਂ ਨੇ ਆਖਿਆ ਬਈ ਤੈਨੂੰ ਛੋਟੀ ਗੇਮ ਨਹੀਂ ਲਵਾਉਣੀ, ਮੈਂ ਕਿਹਾ ਨਹੀਂ। ਫਿਰ ਜਿੱਦਾਂ ਵੀ ਇਹ ਚਲੇ ਗਏ, ਤੁਹਾਨੂੰ ਸ਼ਾਰਟ ਕਰਕੇ ਸੁਣਾਉਣਾ। ਫਿਰ ਜਿੱਦਾਂ ਵੀ ਇਹ ਚਲੇ ਗਏ 2-2.5 ਮਹੀਨੇ ਉੱਥੇ ਰਹਿਣੇ ਤੋਂ ਬਾਅਦ ਅਤੇ ਛੋਟੀ ਗੇਮ ਨਿਕਲੀ, ਅਤੇ ਮੈਂ ਕਿਹਾ ਮੈਨੂੰ ਗੇਮ 'ਚ ਪਾ। ਬੜੇ ਫੋਨ ਕੀਤੇ, ਮੈਂ ਆਂਦਾ ਨਹੀਂ ਤੇਰੇ ਘਰ ਨੇ ਤੈਨੂੰ ਵੱਡੀ ਗੇਮ 'ਚ ਪਾਉਣਾ। ਮੈਂ ਨਹੀਂ ਤੂੰ ਮੈਨੂੰ ਛੋਟੀ ਗੇਮ 'ਚ ਪਾ, ਮੈਂ ਤੈਨੂੰ ਗਰੰਟੀ ਦਿੰਦਾ, ਮੈਸੇਜ ਵੀ ਕਰਨਾ ਪਿਆ ਤੈਨੂੰ ਵਾਇਸ, ਮੈਂ ਆਪਣੀ ਮਰਜ਼ੀ ਨਾਲ ਜਾਣਾ ਪਿਆ, ਛੋਟੀ ਗੇਮ 'ਚ ਪਾ ਬਸ ਮੈਨੂੰ ਕੱਲ। ਅਤੇ ਆਂਦਾ ਨਹੀਂ ਮੇਰੇ ਕੋਲ ਬੰਦੇ 2-3 ਸਾਲ ਦੇ ਬੈਠੇ ਨੇ ਅਤੇ ਉਹਨਾਂ ਮੇਰੇ ਸਿਰ ਪਾੜ ਛੱਡਣੇ ਨੇ, ਤੈਨੂੰ ਅਗਲੀ ਗੇਮ 'ਚ ਕੱਲਾਂਗੇ। ਮੈਂ ਚੱਲ ਸਹੀ ਹੈ। ਅਤੇ ਉਹ ਭਾਈ 3 ਦਿਨਾਂ ਤੋਂ ਬਾਅਦ ਉਹਨਾਂ ਸਾਨੂੰ ਗੱਡੀਆਂ 'ਚ ਪਾਇਆ, ਸਾਂ ਲੈ ਫਿਰ ਜਾਂਦੇ ਹਾਂ ਆਪਾਂ ਗੇਮ 'ਚ। ਅਤੇ ਲੇਕਿਨ ਨਹੀਂ ਗੇਮ 'ਚ ਨਹੀਂ ਹੈ ਪਏ ਜਾਂਦੇ। ਜਿਹੜੀ ਅਗਲੀ ਗੇਮ ਨਿਕਲੀ ਸੀ ਨਾ, ਜਿਹੜੇ ਸਾਡੇ ਨਾਲ ਬੰਦੇ ਰਹੇ 3-2.5 ਮਹੀਨਿਆਂ 'ਚੋਂ ਇੱਕੋ ਸੇਬ 'ਚ ਉੱਥੇ ਇਕੱਠੇ ਖਾਧਾ ਪੀਤਾ, ਨਾਲ ਇਕੱਠੇ ਸੁੱਤੇ, ਇਕੱਠੇ ਗਏ, ਉਹ ਨਾ ਡੁੱਬ ਗਏ। ਉਹਨਾਂ 'ਚ ਕੋਈ ਬੰਦਾ ਬਚਿਆ 3 ਦਿਨਾਂ ਬਾਅਦ ਲੱਭਾ, ਬਾਕੀ 52 ਬੰਦੇ ਹਨ ਉਹ ਡੁੱਬ ਗਏ। ਅਤੇ ਉਹ ਜਦੋਂ ਵਾਪਸ ਸੇਫ 'ਚ ਆਇਆ ਨਾ, ਉਹ ਸੇਫ 'ਚ ਵੀ ਡਰ ਲੱਗੇ, ਉਹਨਾਂ ਦੇ ਕੱਪੜੇ ਵੇਖ ਕੇ ਉੱਥੇ ਰਹੇ ਇਕੱਠੇ, ਉੱਥੇ ਵੀ ਡਰ ਲੱਗੇ। ਅਤੇ ਵੀ ਇੰਨੇ ਬੰਦੇ ਹਨ ਕਿੱਥੇ ਗਏ ਨੇ ਯਾਰ, ਬੜਾ ਅਫਸੋਸ ਹੈ। ਅਤੇ ਫਿਰ ਵੀ ਨਾ ਭਾਈ ਜੀ ਕੀ ਕਰੀਏ ਯਾਰ, ਫਿਰ ਵੀ ਸਮਝ ਲੱਗ ਪਾਗਲਪੁਣਾ ਹੀ। ਅਤੇ ਜਦੋਂ ਗੇਮ 'ਚ ਪਏ ਇੱਕ ਬੰਦਾ ਗੁਜਰਾਤ ਦਾ ਸੀ, ਜਵਾਦ ਇੱਧਰ ਉਹਦਾ ਨਾਂ ਸੀ, ਅਤੇ ਉਹ ਅੱਗੇ ਵੀ ਉਹਨੇ ਤੁਰਕੀ ਦੀ ਗੇਮ ਲੈ ਹੁੰਦਾ ਸੀ। ਗੇਮ ਨਹੀਂ ਜਨਾਨ ਜਾਣੀ, ਮੈਨੂੰ ਪਤਾ ਹੈ ਕਿਸ਼ਤੀ ਨਹੀਂ ਆਪਣੀ, ਇੰਨਾ ਪਿੰਡਾਂ ਨੇ ਨਹੀਂ ਕਰਨਾ, ਲੱਕੜ ਦੀ ਇਹ ਫੱਟੇ ਲੱਗੇ ਨੇ ਇਹਦੇ ਨਹੀਂ ਜਾਣਾ। ਅਸੀਂ ਸਾਰੇ ਬੰਦੇ ਭਾਈ ਉਹਨੂੰ ਪੈ ਗਏ, ਅਸੀਂ ਆਖਿਆ ਜੀ ਮਸਾਂ ਗੇਮ ਲੱਭੀ ਹੈ ਸਹੀ ਬੋਲ। ਅਤੇ ਉੱਥੇ ਵੀ ਤਾਂ ਖੁਰਕ ਨਾਲ ਅਤੇ ਦਾਣਿਆਂ ਨਾਲ ਰੇਸ਼ਿਆਂ ਨਾਲ ਵੀ ਤਾਂ ਜਾਣਾ ਹੀ, ਟੀਕੇ ਲਵਾ ਕੇ। ਅਤੇ ਚਲੋ ਇੱਥੇ ਫਿਰ ਜੋਲਦਾਂ ਨੂੰ ਮਨਜ਼ੂਰ ਹੋਇਆ, ਜਾਂ ਤਾਂ ਥਿੰਨੇ ਆਪਣਾ ਦੇ ਜਾਂ ਮੱਛੀ ਦੇ ਸੀਨੇ 'ਚ ਉਹਨੂੰ ਭਾਈ ਜੀ ਬਾਇਆ ਉੱਤੇ। ਅਤੇ ਫਿਰ ਜਦੋਂ ਕਿਲੋਮੀਟਰ ਅੰਦਰ ਗਏ ਕਸ਼ਤੀ 'ਚ ਪਾਣੀ ਪੈ ਗਿਆ, ਕਸ਼ਤੀ ਜਿਵੇਂ ਟਾਇਰ ਪਾੜ ਜਾਂਦੇ ਨੇ ਨਾ ਗੱਡੀ ਦੇ, ਗੱਡੀ ਬਹਿ ਕੇ ਜਾਂਦੀ, ਇੰਜਣ ਬਹਿ ਜਾਂਦਾ ਸਹੀ ਹੈ, ਕਾਲਾ ਧੂੰਆਂ ਨਿਕਲਦਾ। ਅਤੇ ਇੰਜ ਦਾ ਹਿਸਾਬ ਕਸ਼ਤੀ ਦਾ ਹੋ ਗਿਆ। ਅਤੇ ਉਹ ਵਕਤ ਹਜੇ ਉਸ ਵਕਤ ਦੇ ਵਿੱਚ ਭਾਅ ਜੀ ਬਚਪਨ ਤੋਂ ਲੈ ਕੇ ਤੁਹਾਡੀਆਂ ਸਾਰੀਆਂ ਯਾਦਾਂ, ਤੁਹਾਡਾ ਡੇਰਾ ਘਰ-ਬਾਰ, ਹਰ ਚੀਜ਼, ਜਿੰਨੇ ਕਲਮੇ ਹੁੰਦੇ ਨੇ ਅਤੇ ਉਨੇ ਕਲਮੇ ਹਰ ਕੋਈ ਪੜ੍ਹਦਾ। ਅਤੇ ਬਹਰਹਾਲ ਮੈਂ ਤਾਂ ਨਹੀਂ ਸੁਣਿਆ ਕਿ ਨਾਲ ਬੰਦਾ ਸੀ, ਅਤੇ ਉਹ ਫਿਰ ਬਾਅਦ ਜਦੋਂ ਵਾਪਸ ਆਏ ਅੱਲਾ ਨੇ ਬਚਾਇਆ। ਉਹ ਖੋਤੇ ਨੇ ਭਾਅ ਜੀ, ਪਹਿਲਾਂ ਸਾਨੂੰ ਵਾਪਸ ਜਦੋਂ ਲਿਆਂਦਾ, ਪਹਿਲਾਂ ਉਹਨੇ ਆਪਣੀ ਕਸ਼ਤੀ ਖਾਣੇ ਪੀਣੇ ਦਾ ਸਮਾਨ ਅਤੇ ਉਹ ਵਾਪਸ ਲੈ ਗਿਆ। ਉਹਨੇ ਸਾਨੂੰ ਬਾਅਦ 'ਚੋਂ ਪਹਾੜੀ ਦੀ ਚੋਟੀ ਦੇ ਉੱਤੇ ਸੱਟਿਆ, ਰੇਸ਼ੇ ਵੱਗਣ ਸਾਡੇ ਤੋਂ, ਇੰਨੇ ਪਾਣੀ 'ਚ ਅਸੀਂ ਛਾਲਾਂ ਮਾਰੀਆਂ। ਅਤੇ ਬਾਹਰ ਜਦੋਂ ਨਿਕਲੇ ਤੁਹਾਨੂੰ ਪਤਾ ਸਮੁੰਦਰ ਦਾ ਪਾਣੀ ਨਮਕੀਨ ਹੁੰਦਾ। ਰਾਤ ਉੱਥੇ ਕੱਢੀ, ਸਰਗੀ ਕੋਈ ਟਾਈਮ ਉੱਤੇ ਸਾਨੂੰ ਚੁੱਕਿਆ। ਫਿਰ ਚਲੋ ਬੰਦਾ ਅੱਛਾ ਸੀ, ਉਹਨੇ ਆਖਿਆ ਗੇਮ ਕੋਈ ਨਹੀਂ ਹੋਣੀ, ਆਪਣੇ ਏਜੰਟਾਂ ਨੇ ਆਖੋ ਤੁਹਾਨੂੰ ਵਾਪਸ ਲੈ ਜਾ। ਏਜੰਟ ਨੇ ਵਾਪਸ ਖੜਿਆ, ਫਿਰ ਆਂਦਾ ਨਹੀਂ ਮੈਂ ਜੈਕਟਾਂ ਧਰੀਆਂ ਹਨ। ਅਸਾਂ ਕਿਹਾ ਤੂੰ ਨਹੀਂ ਹਨ ਧਰੀਆਂ ਉੱਥੇ ਜੈਕਟਾਂ, ਅਤੇ ਹੁੰਦਾ ਤੁਹਾਡੀ ਮਰਜ਼ੀ, ਗੇਮ ਨਹੀਂ ਕਰਨੀ ਨਹੀਂ ਕਰੋ, ਨਹੀਂ ਤਾਂ ਪਾਕਿਸਤਾਨ ਦੀਆਂ ਤੁਹਾਨੂੰ ਮਾਂ ਟਿਕਟਾਂ ਆਉਂਦੇ ਤੂੰ ਕਰਾ ਦਿੰਦੇ ਹਾਂ। ਅਤੇ ਅਸਾਂ ਕਿਹਾ ਨਹੀਂ ਅਸਾਂ ਗੇਮ ਹੀ ਕਰਨੀ ਹੈ, ਬੰਦਾ ਸਹੀ ਢੂੰਡ। ਅਤੇ ਇਹ ਗੱਲ ਘਰਦਿਆਂ ਨੂੰ ਨਾ ਦੱਸੀ ਵੀ ਸਾਡੀ ਗੇਮ ਨਾਲ ਇਹ ਹਾਦਸਾ ਹੋਇਆ ਹੈ। ਅਤੇ ਫਿਰ ਬਾਅਦ 'ਚੋਂ ਇਹ ਗੱਲਾਂ ਬਾਤਾਂ ਹਨ। ਵਾਲੇਕੁਮ ਸਲਾਮ। ਅਤੇ ਫਿਰ ਬਾਅਦ 'ਚੋਂ ਭਾਅ ਜੀ ਉਹ ਬੰਦੇ ਦੱਸਦੇ ਨੇ
ਕੋਈ ਬੰਦੇ ਦੇ ਕਲਮੇ ਪੜ੍ਹਦੇ ਹਨ ਤੇ ਇੱਕ ਬੰਦਾ ਵਿੱਚੋਂ ਆਉਂਦਾ ਸੀ ਸੁਭਾਨ ਅੱਲਾ ਸੁਭਾਨ ਅੱਲਾ। ਅੱਲਾ ਜਾਣੇ ਪਤਾ ਨਹੀਂ ਉਹਨੂੰ ਹੁੰਦਾ ਨਹੀਂ ਜਾਂ ਵਿਚਾਰੇ ਨੂੰ ਇਹ ਹੀ ਹੁੰਦਾ ਸੀ ਤੇ ਉਹ ਸੁਭਾਨ ਅੱਲਾ ਪੜ੍ਹੇ। ਤੇ ਇਹ ਹਾਲਾਤ ਹਜੇ ਫਿਰ ਅੱਲਾ ਨੇ ਕੀਤਾ ਤੇ ਉੱਥੋਂ ਹੀ ਨਾ ਗੇਮ ਲੱਗੀ ਵੱਡੀ ਲੱਗੀ 380 ਬੰਦਿਆਂ ਦੀ ਗੇਮ ਲੱਗੀ। 380 ਬੰਦਿਆਂ ਦੀ ਗੇਮ ਲੱਗੀ। 2.5 ਦਿਨਾਂ ਤੋਂ ਬਾਅਦ ਆਪਣੇ ਘਰਦਿਆਂ ਨਾਲ ਕੋਈ ਰਾਬਤਾ ਨਹੀਂ, ਬਸ ਉਹਨੂੰ ਇੰਨਾ ਦੱਸਿਆ ਗੇਮ 'ਚ ਚੱਲੇ ਹਾਂ। 3 ਤੋਂ 4 ਦਿਨ ਹੋ ਗਏ ਉਹ ਵੱਖਰੀਆਂ ਫਾਲਾਂ ਪਵਾਉਣ ਤੇ ਬਸ ਇਹ ਹੀ ਹਾਲਾਤ ਤੇ ਇਹ ਹੀ ਗੱਲਾਂ ਬਾਤਾਂ ਹਜੇ ਤੇ ਬਹੁਤ ਹੋਰ ਵੀ ਗੱਲਾਂ ਹੈ ਜਿਹੜੀਆਂ ਵਿੱਚ ਤੁਹਾਨੂੰ ਦੱਸੀਆਂ ਨਹੀਂ ਸਹੀਏ, ਕਿਉਂਕਿ ਉੱਥੇ ਉਹ ਸੇਫ ਦੇ ਵਿੱਚ ਜਿੱਥੇ ਆਂਦਾ ਸੀ ਨਾ ਮੇਰਾ ਭਰਾ ਵੇ, ਉਹ ਸੇਫ ਦੇ ਵਿੱਚ ਹੀ ਭਾਈ ਜੀ ਉਹ ਬੰਦਿਆਂ ਨੇ ਨਾ ਖੁਦਕੁਸ਼ੀਆਂ ਵੀ ਕੀਤੀਆਂ ਨੇ, ਟੀਕੇ ਲਾ ਕੇ ਖੁਦ ਵੀ ਉੱਥੇ ਵਿਚਾਰੇ ਫੌਤ ਹੋਏ ਨੇ। ਅੱਲਾ ਉਹਨਾਂ ਸਾਰਿਆਂ ਨੂੰ ਜੰਨਤਾਂ 'ਚ ਕਰ ਦੇ, ਉਹਨਾਂ ਦੇ ਕਾਰਜਾਂ ਨੂੰ ਸਬਰ ਦੇ। ਉਹ ਗੱਲਾਂ ਵਕਤ ਸੋਚ ਕੇ ਤੇ ਇੱਕ ਰਾਤ ਦਾ ਜਿਹੜਾ ਹੁੰਦਾ ਨਾ ਚੰਨ ਅੱਛਾ ਤੇ ਵੇਖ ਕੇ ਇਹਦੇ ਤੋਂ ਮੈਨੂੰ ਡਰ ਲੱਗਦਾ ਤੇ ਬਸ ਯਾਰ ਬੜਾ ਹੀ ਗੰਦਾ ਰਾਹ ਵੇ ਤੇ ਬੜਾ ਹੀ ਉਲਝਣ ਵਾਲਾ ਰਾਹ ਵੇ। ਤੁਸੀਂ ਰਾਹ 'ਚੋਂ ਨਿਕਲ ਵੀ ਆਓ ਬਰਲ ਆਂਦੇ ਨਾ ਯੂਰਪ ਪੜ੍ਹ ਕੇ ਤੁਹਾਡੇ ਜ਼ਿਹਨ 'ਚੋਂ ਗੱਲਾਂ ਨਿਕਲ ਜਾਂਦੀਆਂ ਨੇ, ਬਰਲ ਭਾਈਜਾਨ ਨਹੀਂ ਨਿਕਲਦੀਆਂ ਗੱਲਾਂ, ਇੰਨੀ ਜਲਦੀ ਨਹੀਂ ਨਿਕਲਦੀਆਂ ਤੇ ਮੁਸ਼ਕਿਲ ਰਸਤਾ, ਬੜਾ ਹੀ ਮੁਸ਼ਕਿਲ ਰਸਤਾ ਯਾਰ। ਤੇ ਹੋ ਸਕੇ ਭਾਈਆ ਦੀ ਟਰਾਈ ਕਰੋ, ਆਪਣੇ ਮਾਂ ਪਿਓ ਦੀ ਗੱਲ ਮੰਨ ਲਓ ਸਹੀ ਹੈ ਤੇ ਖੁਸ਼ ਰਹੋ ਬਾਦ ਰਹੋ। ਹੁਣ ਇੰਨਾ ਕੁ ਡਰ ਲੱਗਾ ਨਾ ਉਸ ਰਸਤੇ 'ਚ ਯਾਰ, ਉਹ ਆਪਣੇ ਆਪ ਤੋਂ ਤਾਂ ਨਹੀਂ ਜਿਹੜੇ ਨਾਲ ਦੇ ਬੰਦੇ ਹਨ ਉਹਨਾਂ ਦੀ ਹਾਲਤਾਂ ਵੇਖ ਕੇ ਸਹੀ ਹੈ। ਓਕੇ ਬਾਏ, ਅੱਲਾ ਹਾਫਿਜ਼। ਬੜਾ ਅਫਸੋਸ ਹੈ ਯਾਰ ਉਸ ਬੰਦੇ ਵਾਸਤੇ, ਬੜਾ ਅਫਸੋਸ ਹੈ, ਕਸਮ ਅੱਲਾ ਦੀ ਬੜਾ ਅਫਸੋਸ ਹੈ ਯਾਰ। ਅੱਲਾ ਪਾਕ ਨੂੰ ਜੰਨਤਾਂ 'ਚ ਕਰ ਦੇ ਤੇ ਅੱਲਾ ਪਾਕ ਪਾਕਿਸਤਾਨ ਨੂੰ ਇੰਨਾ ਕੁ ਸਟੈਂਡ ਕਰ ਦੇ ਕਿ ਕਿਸੇ ਵੀ ਮਾਂ ਦੇ ਬੱਚੇ ਨੂੰ ਇਸ ਰਸਤੇ 'ਚ ਨਿਕਲਣ ਦੀ ਜ਼ਰੂਰਤ ਹੀ ਨਾ ਪਵੇ। ਸਾਰੇ ਕਹੋ ਯਾਰ ਆਮੀਨ।